ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬਠਿੰਡਾ ਖਬਰਨਾਮਾ। ਪਹਿਲਾਂ ਨਜ਼ਰ ਮਾਰਦੇ ਹਾਂ ਬੁਲੇਟਿਨ ਦੀਆਂ ਖਾਸ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦੀ ਫਿਰੋਜ਼ਪੁਰ ਰੈਲੀ ਐਨ ਮੌਕੇ ਹੋਈ ਰੱਦ। ਪ੍ਰਦਰਸ਼ਨਕਾਰੀਆਂ ਨੇ ਰੋਕਿਆ ਪ੍ਰਧਾਨ ਮੰਤਰੀ ਦਾ ਕਾਫਲਾ। 15 ਤੋਂ 20 ਮਿੰਟ ਪ੍ਰਦਰਸ਼ਨ ਵਿੱਚ ਫਸਣ ਤੋਂ ਬਾਅਦ ਬਠਿੰਡਾ 에ਅਰਪੋਰਟ ਵਾਪਸ ਪਹੁੰਚਿਆ ਪ੍ਰਧਾਨ ਮੰਤਰੀ ਦਾ ਕਾਫਲਾ। ਦਿੱਲੀ ਵਾਪਸ ਹੋਏ ਰਵਾਨਾ। ਬਿਨਾਂ ਰੈਲੀ ਨੂੰ ਸੰਬੋਧਨ ਕੀਤੇ ਰਸਤੇ ਵਿੱਚੋਂ ਬਠਿੰਡਾ 에ਅਰਪੋਰਟ ਵਾਪਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੰਨੀ ਸਰਕਾਰ ਤੇ ਸ਼ਬਦੀ ਹਮਲਾ। ਅਧਿਕਾਰੀਆਂ ਨੂੰ ਕਿਹਾ ਆਪਣੇ ਸੀਐਮ ਨੂੰ ਕਹਿਣਾ ਧੰਨਵਾਦ, ਮੈਂ ਬਠਿੰਡਾ 에ਅਰਪੋਰਟ ਜਿਉਂਦਾ ਪਹੁੰਚਿਆ। ਮੁੱਖ ਮੰਤਰੀ ਚੰਨੀ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਸਫਾਈ। ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ। ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ਤੇ ਆਈ ਚੰਨੀ ਸਰਕਾਰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਮੁੱਖ ਮੰਤਰੀ ਚੰਨੀ ਅਹੁਦੇ ਦੇ ਨਹੀਂ ਯੋਗ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਕੀਤੀ ਮੰਗ। ਅਤੇ ਬਠਿੰਡਾ ਸਮੇਤ ਮਾਲਵਾ ਖੇਤਰ ਵਿੱਚ ਸਰਦੀ ਦੀ ਪਹਿਲੀ ਬਾਰਿਸ਼ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ। ਕਣਕ ਨੂੰ ਹੋਵੇਗਾ ਫਾਇਦਾ, ਠੰਡ ਦਾ ਵਧਿਆ ਜ਼ੋਰ, ਜਨਜੀਵਨ ਹੋਇਆ ਪ੍ਰਭਾਵਿਤ। ਤੇ ਹੁਣ ਖਬਰਾਂ ਦੇ ਵਿਸਥਾਰ ਦੀ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਵੱਡੀ ਖਬਰ ਤੋਂ। ਬੁਲੇਟਿਨ ਦੀ ਵੱਡੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਨਾਲ ਜੁੜੀ ਹੋਈ ਹੈ। ਅੱਜ ਕਹਿ ਲਈਏ ਕਿਸਾਨ ਅੰਦੋਲਨ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਧਰਤੀ ਤੇ ਆਏ ਤੇ ਇਹ ਫੇਰੀ ਜਿਹੜੀ ਹੈ ਉਹ ਜਿੱਥੇ ਵੱਡੀਆਂ ਉਮੀਦਾਂ ਜਿਹੜੀਆਂ ਸੀ ਉਹ ਜਤਾਈਆਂ ਜਾ ਰਹੀਆਂ ਸੀ, ਕਈ ਵੱਡੇ ਜਿਹੜੇ ਐਲਾਨ ਉਹਨਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਤੇ ਹੁਣ ਤੱਕ ਚਰਚਾ ਉਹਨਾਂ ਚੀਜ਼ਾਂ ਦੀ ਹੋਣੀ ਸੀ, ਪਰ ਇਸ ਵੇਲੇ ਚਰਚਾ ਜਿਹੜੀ ਛਿੜੀ ਹੋਈ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਕਿਉਂ ਹੋਈ, ਇਸ ਤੇ ਚਰਚਾ ਛਿੜੀ ਹੋਈ ਹੈ। ਪੂਰੇ ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਦੇਸ਼ ਦੇ ਵਿੱਚ ਇਹ ਵੱਡਾ ਮੁੱਦਾ ਬਣ ਚੁੱਕੀ ਹੈ। ਇਸ ਰੈਲੀ ਦੇ ਰੱਦ ਹੋਣ ਦੇ ਦੋ ਕਾਰਨ ਰਹੇ। ਪਹਿਲਾ ਕਾਰਨ ਜਿਹੜਾ ਉਹ ਖਰਾਬ ਮੌਸਮ ਵੀ ਸੀ, ਜਿਸ ਕਰਕੇ ਸਿੱਧਾ ਅਸਰ ਹੋਇਆ ਪ੍ਰਧਾਨ ਮੰਤਰੀ ਦੀ ਪੰਜਾਬ ਆਮਦ ਤੇ ਕਿ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਸਿੱਧਾ ਲੈਂਡ ਕਰਨ ਦੀ ਥਾਂ ਉਹਨਾਂ ਦਾ ਜਹਾਜ਼ ਜਿਹੜਾ ਉਹ ਬਠਿੰਡਾ 에ਅਰਪੋਰਟ ਤੇ ਲੈਂਡ ਹੋਇਆ ਤੇ ਐਨ ਮੌਕੇ ਤੇ ਲੈ ਗਏ। ਇਹਨਾਂ ਫੈਸਲਿਆਂ ਦੇ ਚੱਲਦਿਆਂ ਉਹਨਾਂ ਨੂੰ ਸੜਕੀ ਰਸਤੇ ਜਿਹੜਾ ਉਹ ਫਿਰੋਜ਼ਪੁਰ ਜਾਣਾ ਪਿਆ। ਪਰ ਫਿਰੋਜ਼ਪੁਰ ਜਾਣ ਤੋਂ ਪਹਿਲਾਂ ਹੀ ਉਹਨਾਂ ਦਾ ਕਾਫਲਾ ਇੱਕ ਕਿਸਾਨ ਪ੍ਰਦਰਸ਼ਨ ਦੇ ਜਾਮ ਦੇ ਵਿੱਚ ਫਸ ਗਿਆ। 15 ਤੋਂ 20 ਮਿੰਟ ਤੱਕ ਜਿਹੜਾ ਇਹ ਕਾਫਲਾ ਉੱਥੇ ਫਸਿਆ ਰਿਹਾ। ਉਸ ਤੋਂ ਬਾਅਦ ਇਸ ਕਾਫਲੇ ਨੂੰ ਵਾਪਸ ਪਰਤਣਾ ਪਿਆ ਤੇ ਤਸਵੀਰਾਂ ਦੀ ਜ਼ੁਬਾਨੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਕਾਫਲਾ ਜਿਹੜਾ ਇਹ ਕਿਸਾਨ ਪ੍ਰਦਰਸ਼ਨ ਦੇ ਵਿੱਚ ਫਸਿਆ ਹੋਇਆ ਹੈ। ਸੜਕਾਂ ਕਿਸਾਨਾਂ ਨੇ ਕੁਝ ਥਾਵਾਂ ਤੇ ਰੋਕੀਆਂ ਹੋਈਆਂ ਸੀ। ਹਾਲਾਂਕਿ ਜਿਹੜਾ ਉਹ ਬੀਤੀ ਰਾਤ ਇੱਕ ਗੱਲਬਾਤ ਤੋਂ ਬਾਅਦ ਬਹੁਤ ਸਾਰੇ ਕਿਸਾਨ ਸੰਗਠਨਾਂ ਨੇ ਜਿਹੜੇ ਵਿਰੋਧ ਪ੍ਰਦਰਸ਼ਨ ਸੀ ਉਹ ਵਾਪਸ ਲੈ ਲਏ ਸੀ, ਪਰ ਇਸ ਦੇ ਬਾਵਜੂਦ ਅੱਜ ਕੁਝ ਥਾਵਾਂ ਤੇ ਕਿਸਾਨਾਂ ਨੇ ਸੜਕਾਂ ਰੋਕੀਆਂ ਤੇ ਪ੍ਰਧਾਨ ਮੰਤਰੀ ਦਾ ਕਾਫਲਾ ਇਸ ਪ੍ਰਦਰਸ਼ਨ ਦੇ ਵਿੱਚ ਫਸ ਗਿਆ ਤੇ 15 ਤੋਂ 20 ਮਿੰਟ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਾਫਲਾ ਇਸ ਤਰ੍ਹਾਂ ਫਸਿਆ ਹੋਣਾ ਕਿਸੇ ਵੀ ਸੂਬਾ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਹੁੰਦੀ ਹੈ ਤੇ ਉਹ ਦੌਰਾ ਵੀ ਰੱਦ ਹੋ ਜਾਣਾ, ਦੌਰਾ ਵੀ ਜਿਹੜਾ ਉਹ ਵਿੱਚੇ ਰਹਿ ਜਾਣਾ। ਇਹ ਸੂਬੇ ਦੀ ਸਰਕਾਰ ਤੇ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋਏ ਨੇ। ਖਾਸ ਕਰਕੇ ਕੇਂਦਰ ਦੇ ਵਿੱਚ ਸੱਤਾਧਾਰੀ ਬੀਜੇਪੀ ਦੇ ਵੱਡੇ ਜਿਹੜੇ ਉਹ ਸਿਆਸੀ ਹਮਲੇ ਹੋਣ ਲੱਗੇ ਨੇ। ਟਵੀਟ ਕਰਕੇ ਕਈ ਸਾਰੇ ਨੇਤਾ ਜਿਹੜੇ ਨੇ ਉਹ ਸੂਬਾ ਸਰਕਾਰ ਦੇ ਉੱਤੇ ਜਿਹੜੇ ਉਹ ਸਿਆਸੀ ਹਮਲੇ ਕਰ ਰਹੇ ਨੇ ਕਿ ਸਿਆਸੀ ਸਾਜ਼ਿਸ਼ ਦੇ ਚੱਲਦਿਆਂ ਜਿਹੜੀ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਰੋਕਿਆ ਗਿਆ, ਰੱਦ ਕਰਾਉਣ ਲਈ ਮਜਬੂਰ ਕੀਤਾ ਗਿਆ। ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਸੂਬਾ ਸਰਕਾਰ ਦੇ ਉੱਤੇ, ਸੂਬੇ ਦੀ ਕਾਂਗਰਸ ਸਰਕਾਰ ਦੇ ਉੱਤੇ ਬੀਜੇਪੀ ਦੇ ਨੇਤਾ ਲਗਾ ਰਹੇ ਨੇ। ਇੱਕ ਵੱਡੇ ਵਾਦ ਵਿਵਾਦ ਵਾਲੀ ਸਥਿਤੀ ਇਸ ਰੈਲੀ ਨੂੰ ਲੈ ਕੇ ਬਾਅਦ ਦੇ ਵਿੱਚ ਬਣ ਗਈ ਹੈ ਤੇ ਰੈਲੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਖਰਾਬ ਮੌਸਮ ਦੇ ਬਾਵਜੂਦ ਜਿਹੜਾ ਜੋ ਕੁਝ ਹੋਇਆ ਉੱਥੇ ਖਾਲੀ ਕੁਰਸੀਆਂ ਵੀ ਬਹੁਤ ਰਹੀਆਂ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਕੁਰਸੀਆਂ ਜਿਹੜੀਆਂ ਲਗਾਈਆਂ ਗਈਆਂ ਸੀ, ਪਰ ਇਹ ਕੁਰਸੀਆਂ ਜਿਹੜੀਆਂ ਬਹੁਤੀਆਂ ਖਾਲੀ ਰਹੀਆਂ। ਕਾਰਨ ਖਾਸ ਤੁਸੀਂ ਇਸ ਤਸਵੀਰਾਂ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ, ਜਿਸ ਦੇ ਕਰਕੇ ਪ੍ਰਧਾਨ ਮੰਤਰੀ ਵੀ ਸਿੱਧੇ ਫਿਰੋਜ਼ਪੁਰ ਨਹੀਂ ਜਾ ਸਕੇ ਤੇ ਇਸੇ ਕਰਕੇ ਜਿਹੜਾ ਸਿੱਧਾ ਅਸਰ ਮੌਸਮ ਦਾ ਅਸੀਂ ਪਹਿਲਾਂ ਹੀ ਕਿਹਾ ਕਿ ਦੋ ਕਾਰਨਾਂ ਕਰਕੇ ਇਹ ਰੈਲੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਰੱਦ ਹੋਈ। ਹਾਲਾਂਕਿ ਬਾਅਦ ਦੇ ਵਿੱਚ ਬੀਜੇਪੀ ਨੇਤਾਵਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜਿਹੜੀ ਰੈਲੀ ਹੈ ਉਹ ਰੱਦ ਨਹੀਂ ਹੋਈ, ਸਿਰਫ ਜਿਹੜੀ ਹੈ ਮੁਲਤਵੀ ਕੀਤੀ ਗਈ ਹੈ। ਇਸ ਤਰ੍ਹਾਂ ਦੇ ਬਿਆਨ ਵੀ ਜਿਹੜੇ ਨੇ ਉਹ ਬੀਜੇਪੀ ਨੇਤਾਵਾਂ ਦੇ ਆਏ ਨੇ। ਕੇਂਦਰੀ ਮੰਤਰੀ ਮਨਸੁਖ ਮੰਡਵੀਆ ਦਾ ਵੱਡਾ ਬਿਆਨ ਇਸ ਰੈਲੀ ਦੇ ਸੰਬੰਧ ਦੇ ਵਿੱਚ ਆ ਚੁੱਕਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਨਹੀਂ, ਕੁਝ ਕਾਰਨਾਂ ਕਰਕੇ ਮੁਲਤਵੀ ਕੀਤੀ ਗਈ ਹੈ।
ਪਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਵੀ ਇਹ ਰੈਲੀ ਜਿਹੜੀ ਹੈ ਉਹ ਵੱਡੇ ਸਿਆਸੀ ਪ੍ਰਭਾਵ ਛੱਡਦੀ ਨਜ਼ਰ ਆ ਰਹੀ ਹੈ। ਸੂਬੇ ਦੀ ਸਿਆਸਤ ਦੇ ਵਿੱਚ ਇੱਕ ਸਿਆਸੀ ਜੰਗ ਜਿਹੜੀ ਹੈ ਉਹ ਸੂਬੇ ਦੇ ਨੇਤਾਵਾਂ ਦੇ ਵਿੱਚ ਛਿੜ ਗਈ ਹੈ। ਖਾਸ ਕਰਕੇ ਬੀਜੇਪੀ ਔਰ ਵਰਸਸ ਕਾਂਗਰਸ, ਇਹ ਵੱਡੀ ਸਿਆਸੀ ਜੰਗ ਜਿਹੜੀ ਹੈ ਬਿਆਨਬਾਜ਼ੀ ਦੀ, ਉਹ ਇਸ ਵੇਲੇ ਮੀਡੀਆ ਦੇ ਵਿੱਚ ਹੀ ਨਹੀਂ ਸੋਸ਼ਲ ਮੀਡੀਆ ਤੇ ਵੀ ਛਿੜੀ ਵਿਖਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਜਿਹੜੀ ਹੈ ਉਹ ਅੱਧ ਵਿਚਾਲੇ ਰੋਕਣੀ ਪਈ ਹੈ ਔਰ ਇਸ ਦਾ ਕਾਰਨ ਜਿਹੜਾ ਉਹ ਕਿਸਾਨ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ, ਜੋ ਖਾਸ ਤੌਰ ਤੇ ਕੇਂਦਰ ਸਰਕਾਰ ਵੱਲੋਂ ਔਰ ਬੀਜੇਪੀ ਵੱਲੋਂ ਜੋ ਕਿਹਾ ਜਾ ਰਿਹਾ ਹੈ ਕਿ ਸੂਬੇ ਦੀ ਸਰਕਾਰ ਜਿਹੜੀ ਹੈ ਉਹ ਨਾਕਾਮ ਸਾਬਤ ਹੋਈ ਹੈ। ਸੂਬੇ ਦੇ ਵਿੱਚ ਲਾਅ ਐਂਡ ਆਰਡਰ ਉਸ ਤਰ੍ਹਾਂ ਦਿਖਾਉਣ ਦੇ ਲਈ ਜੋ ਚੁਸਤ ਦੁਰਸਤ ਦੱਸਿਆ ਜਾ ਰਿਹਾ ਹੈ। ਸੋ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਫਿਰੋਜ਼ਪੁਰ ਦੀ ਰੈਲੀ ਦੇ ਵਿੱਚ ਲੋਕਾਂ ਨੇ ਪਹੁੰਚਣਾ ਸੀ। ਵੱਡੇ ਐਲਾਨ ਜਿਹੜੇ ਸੀ ਉਹ ਇਸ ਰੈਲੀ ਦੇ ਵਿੱਚ ਉਮੀਦ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਸਬੰਧ ਦੇ ਵਿੱਚ ਵੱਡੇ ਐਲਾਨ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਸੂਬੇ ਦੇ ਹਿੱਤ ਦੇ ਵਿੱਚ ਕੀਤੇ ਜਾਣੇ ਨੇ, ਉਹ ਸਭ ਧਰੇ ਧਰਾਏ ਰਹਿ ਗਏ ਕਿਉਂਕਿ ਰੈਲੀ ਹੋਈ ਹੀ ਨਹੀਂ। ਪ੍ਰਧਾਨ ਮੰਤਰੀ ਨੂੰ ਰਸਤੇ ਦੇ ਵਿੱਚੋਂ ਵਾਪਸ ਮੁੜਨਾ ਪਿਆ। ਹਾਲਾਂਕਿ ਚਰਚਾਵਾਂ ਬਹੁਤ ਸਾਰੀਆਂ ਸੀ। ਚਰਚਾਵਾਂ ਇਹ ਵੀ ਸੀ ਕਿ ਸ਼ਾਇਦ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਨੂੰ ਦੇਣ ਦਾ ਐਲਾਨ ਕਰ ਦਿੱਤਾ ਜਾਏਗਾ ਤੇ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਪ੍ਰਧਾਨ ਮੰਤਰੀ ਦੇ ਐਲਾਨਾਂ ਦੀ ਉਡੀਕ ਜਿਹੜੀ ਸੀ ਉਹ ਪੰਜਾਬ ਦੇ ਲੋਕ ਕਰ ਰਹੇ ਸੀ। ਇਹੀ ਨਹੀਂ, ਕਈ ਵੱਡੇ ਪ੍ਰੋਜੈਕਟ ਜਿਹੜੇ ਸੀ ਉਹ ਸੂਬੇ ਨੂੰ ਪ੍ਰਧਾਨ ਮੰਤਰੀ ਨੇ ਦੇਣੇ ਸੀ ਔਰ ਇਹ ਸਭ ਕੁਝ ਜਿਹੜਾ ਉਹ ਧਰਿਆ ਧਰਾਇਆ ਰਹਿ ਗਿਆ। ਬਹੁਤ ਸਾਰੇ ਹੋਰ ਵੱਡੇ ਐਲਾਨ ਹੋਣ ਦੀ ਉਮੀਦ ਜਿਹੜੀ ਹੈ ਉਹ ਫਿਰੋਜ਼ਪੁਰ ਦੀ ਇਸ ਰੈਲੀ ਤੋਂ ਬੀਤੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ ਤੇ ਰੈਲੀ ਦੇ ਉੱਤੇ ਦੋਹਰੀ ਮਾਰ ਪਈ ਹੈ। ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਕਿ ਪਹਿਲੀ ਮਾਰ ਜਿਹੜੀ ਮੌਸਮ ਦੀ ਪਈ, ਦੂਜੀ ਮਾਰ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਪ੍ਰਦਰਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਫਸਣ ਨਾਲ ਪਈ, ਜਿਸ ਤੋਂ ਬਾਅਦ ਇਹ ਕਾਫਲਾ ਵਾਪਸ ਪਰਤਿਆ, ਬਠਿੰਡਾ ਵਾਪਸ ਆਇਆ ਔਰ ਬਠਿੰਡਾ ਤੋਂ ਬਾਈ ਏਅਰ ਪ੍ਰਧਾਨ ਮੰਤਰੀ ਦਿੱਲੀ ਵਾਪਸ ਪਹੁੰਚ ਗਏ ਨੇ। ਤੇ ਇਹ ਵੀ ਦੱਸ ਦਈਏ ਕਿ ਪ੍ਰਦਰਸ਼ਨਕਾਰੀ ਕਿਸਾਨ ਕੌਣ ਸੀ, ਕਿਹੜੀਆਂ ਜਥੇਬੰਦੀਆਂ ਦੇ ਸੀ। ਦੱਸਿਆ ਇਹ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਜਿਹੜੇ ਕਿਸਾਨ ਨੇ ਇਹ ਬੀਕੇਯੂ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ, ਇਹਨਾਂ ਜਥੇਬੰਦੀਆਂ ਨਾਲ ਸੰਬੰਧ ਜਿਹੜੇ ਦੱਸੇ ਜਾ ਰਹੇ ਨੇ ਤੇ ਇਹ ਜਥੇਬੰਦੀਆਂ ਜਿਹੜੀਆਂ ਇਹ ਚੋਣ ਨਹੀਂ ਲੜ ਰਹੀਆਂ। ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਚੋਣ ਮੈਦਾਨ ਵਿੱਚ ਕੁੱਦਣ ਦਾ ਐਲਾਨ ਕਰ ਚੁੱਕੀਆਂ ਨੇ, ਪਰ ਇਹ ਜਿਹੜੀਆਂ ਜਥੇਬੰਦੀਆਂ ਤੁਹਾਨੂੰ ਦੱਸੀਆਂ ਨੇ ਜਿਨ੍ਹਾਂ ਦੇ ਇਹ ਵਰਕਰ ਦੱਸੇ ਜਾ ਰਹੇ ਨੇ, ਬੀਕੇਯੂ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ, ਇਹ ਜਿਹੜੇ ਨੇ ਚੋਣਾਂ ਤੋਂ ਪਰੇ ਰਹਿ ਕੇ ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖੇ ਹੋਏ ਨੇ। ਮੰਗਾਂ ਇਹਨਾਂ ਦੀਆਂ ਉਹੀ ਜਿਹੜੀਆਂ ਐਮਐਸਪੀ ਨੂੰ ਲੈ ਕੇ ਹੋਰ ਜੋ ਕਮੇਟੀ ਬਣਾਉਣ ਦੀ ਮੰਗ ਸੀ ਉਹ, ਤੇ ਇਸ ਤੋਂ ਇਲਾਵਾ ਕਿਸਾਨਾਂ ਦੇ ਉੱਤੇ ਪਰਚੇ ਜਿਹੜੇ ਦਰਜ ਹੋਏ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਸੀ। ਹਾਲਾਂਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਅਨੁਸਾਰ ਬੀਤੀ ਰਾਤ ਹੀ ਗੱਲਬਾਤ ਰਾਹੀਂ ਇਹ ਸਾਰਾ ਮਸਲਾ ਸੁਲਝਾ ਲਿਆ ਗਿਆ ਸੀ। 15 ਜਨਵਰੀ ਤੱਕ ਐਮਐਸਪੀ ਕਮੇਟੀ ਬਣਾਉਣ ਤੇ ਸਹਿਮਤੀ ਹੋ ਗਈ ਸੀ ਕੇਂਦਰ ਸਰਕਾਰ ਦੇ ਵੱਲੋਂ ਤੇ ਨਾਲ ਹੀ 30 ਜਨਵਰੀ ਤੱਕ ਕਿਸਾਨਾਂ ਦੇ ਉੱਤੇ ਦਰਜ ਸਾਰੇ ਪਰਚੇ ਜਿਹੜੇ ਉਹ ਰੱਦ ਕਰਨ ਦੀ ਮੰਗ ਵੀ ਜਿਹੜੀ ਮੰਨ ਲਈ ਗਈ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਰਸਤਿਆਂ ਤੋਂ ਹਟਣ ਦਾ ਐਲਾਨ ਕਰ ਦਿੱਤਾ ਗਿਆ ਸੀ। ਕਿਤੇ ਵੀ ਬੀਜੇਪੀ ਦੀ ਰੈਲੀ ਦਾ ਵਿਰੋਧ ਕਰਨ ਦੀ ਗੱਲ ਕਹੀ ਗਈ ਸੀ, ਪਰ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਨੇ ਵਿਰੋਧ ਕੀਤਾ ਤੇ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ ਫਸ ਗਿਆ ਤੇ ਇਹ ਕਾਫਲਾ 15 ਤੋਂ 20 ਮਿੰਟ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਫਸਿਆ ਰਿਹਾ। ਉਸ ਤੋਂ ਬਾਅਦ ਵਾਪਸੀ ਹੋਈ ਔਰ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਜਿਹੜੇ ਨੇ ਉੱਠਣੇ ਸ਼ੁਰੂ ਹੋ ਗਏ ਨੇ। ਹਾਲਾਂਕਿ ਮੁੱਖ ਮੰਤਰੀ ਚੰਨੀ ਮੀਡੀਆ ਦੇ ਮੁਖਾਤਿਬ ਹੋ ਕੇ ਆਪਣੀ ਸਫਾਈ ਦੇ ਗਏ ਨੇ, ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਰਿਪੋਰਟ ਮੰਗ ਲਈ ਹੈ ਇਸ ਪੂਰੇ ਮਾਮਲੇ ਤੇ ਕਿ ਇਸ ਤਰ੍ਹਾਂ ਦੀ ਨੈਗਲੀਜੈਂਸੀ, ਇਸ ਤਰ੍ਹਾਂ ਦੀ ਲਾਪਰਵਾਹੀ ਕਿਉਂ ਹੋਈ। ਹਾਲਾਂਕਿ ਬੀਜੇਪੀ ਵੱਲੋਂ ਵੱਡੇ ਬਿਆਨ ਜਿਹੜੇ ਨੇ ਉਹ ਸਾਹਮਣੇ ਆਏ ਨੇ। ਜੇ ਬੀਜੇਪੀ ਨੇਤਾਵਾਂ ਦੇ ਟਵੀਟ ਤੇ ਹੋਰ ਸਿਆਸੀ ਨਿਸ਼ਾਨਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ, ਪੰਜਾਬ ਦੀ ਕਾਂਗਰਸ ਸਰਕਾਰ ਦੇ ਉੱਤੇ ਸਿੱਧੇ ਸਿਆਸੀ ਹਮਲੇ ਕੀਤੇ ਗਏ ਨੇ ਤੇ ਇਸ ਕਾਰਵਾਈ ਨੂੰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਹੀ ਗਈ ਹੈ ਕਾਂਗਰਸ ਸਰਕਾਰ ਦੀ ਔਰ ਪ੍ਰਧਾਨ ਮੰਤਰੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਈ ਨੇਤਾਵਾਂ ਨੇ ਕਹੀ ਹੈ। ਪੀਐਮ ਦੀ ਸੁਰੱਖਿਆ ਵਿੱਚ ਸੰਨ ਲੱਗੀ ਹੈ, ਪੰਜਾਬ ਸਰਕਾਰ ਦੀ ਵਜ੍ਹਾ ਨਾਲ ਇਹ ਹੋਇਆ। ਇਹ ਸਾਰਾ ਕੁਝ ਬੀਜੇਪੀ ਨੇਤਾਵਾਂ ਨੇ ਅੱਜ ਪੂਰਾ ਦਿਨ ਆਪਣੇ ਟਵੀਟ ਰਾਹੀਂ, ਟਵਿੱਟਰ ਹੈਂਡਲ ਤੋਂ ਕਿਹਾ ਤੇ ਨਾਲ ਹੀ ਜਿਹੜੇ ਮੀਡੀਆ ਦੇ ਵਿੱਚ ਬਿਆਨਬਾਜ਼ੀ ਦੇ ਵਿੱਚ ਕਿਹਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤਾਂ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਿਆ ਤੇ ਹੋਰ ਬੀਜੇਪੀ ਨੇਤਾਵਾਂ ਨੇ ਇਸ ਕਾਰਵਾਈ ਨੂੰ ਪੰਜਾਬ ਦੀ ਛਵੀ ਖਰਾਬ ਕਰਨ ਦੀ ਸਾਜ਼ਿਸ਼ ਕਿਹਾ ਹੈ ਤੇ ਪੰਜਾਬ ਦਾ ਆਰਥਿਕ ਤੇ ਸਿਆਸੀ ਨੁਕਸਾਨ ਜਿਹੜਾ ਉਹ ਕੀਤਾ ਗਿਆ ਹੈ, ਇਹ ਬੀਜੇਪੀ ਨੇਤਾਵਾਂ ਦਾ ਕਹਿਣਾ ਹੈ। ਦੂਜੇ ਪਾਸੇ ਕਾਂਗਰਸ ਸਰਕਾਰ ਦਾ ਪੱਖ ਸੀਐਮ ਚੰਨੀ ਨੇ ਰੱਖਿਆ ਹੈ। ਸੂਬੇ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਚੰਨੀ ਮੀਡੀਆ ਦੇ ਮੁਖਾਤਿਬ ਹੋਏ ਸ਼ਾਮ ਨੂੰ ਤੇ
ਉਹਨਾਂ ਨੇ ਕਿਹਾ ਆਪਣੀ ਸਫਾਈ ਦੇ ਵਿੱਚ ਕਿ ਅਸੀਂ ਪੀਐਮ ਦਾ ਸਤਿਕਾਰ ਕਰਦੇ ਹਾਂ। ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ, ਇਸ ਦਾ ਸਾਨੂੰ ਅਫਸੋਸ ਹੈ। ਨਾਲ ਹੀ ਉਹਨਾਂ ਕਿਹਾ ਕਿ ਮੇਰੇ ਸਟਾਫ ਦੇ ਵੀ ਕੁਝ ਮੈਂਬਰ ਕਰੋਨਾ ਪੋਜ਼ਿਟਿਵ ਆਉਣ ਕਾਰਨ ਉਹਨਾਂ ਦੇ ਦੌਰੇ 'ਚ ਮੈਂ ਨਹੀਂ ਸ਼ਾਮਲ ਹੋ ਸਕਿਆ, ਉਹਨਾਂ ਨੇ ਖੁਦ ਵੀ ਆਉਣਾ ਸੀ। ਉਹਨਾਂ ਇੱਕ ਹੋਰ ਕਿਹਾ ਕਿ ਕੱਲ ਸ਼ਾਮ ਹੋਮ ਮਿਨਿਸਟਰ ਦਾ ਫੋਨ ਆਇਆ ਕਿ ਸੜਕਾਂ ਤੇ ਬੈਠੇ ਲੋਕਾਂ ਨੂੰ ਉਠਾਓ। ਅਸੀਂ ਸਾਰੀ ਰਾਤ ਕਿਸਾਨਾਂ ਨੂੰ ਸਮਝਾ ਬੁਝਾ ਕੇ ਉਠਾਇਆ। ਸਵੇਰੇ 3 ਵਜੇ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਇਹ ਸਫਾਈ ਜਿਹੜੀ ਹੈ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਰਾਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਜਿਹੜਾ ਸੀ ਕਿਸਾਨ ਮੰਨ ਗਏ ਸਨ ਪਰ ਸਵੇਰ ਨੂੰ ਅਚਾਨਕ ਕਿਸਾਨ ਆ ਕੇ ਬੈਠ ਗਏ ਸੜਕਾਂ ਤੇ ਸੜਕੀ ਰਸਤੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਮਿੰਟ ਟੂ ਮਿੰਟ ਦਿੱਲੀ ਤੋਂ ਹੀ ਤੈਅ ਹੋਇਆ ਸੀ, ਉਹਨਾਂ ਨੂੰ ਨਹੀਂ ਪਤਾ ਸੀ। ਉਹਨਾਂ ਕੋਲ ਸਿਰਫ ਪ੍ਰਧਾਨ ਮੰਤਰੀ ਦਾ ਬਾਈ ਏਅਰ ਆਉਣ ਦਾ ਪ੍ਰੋਗਰਾਮ ਜਿਹੜਾ ਸੀ ਉਹ ਪਹੁੰਚਿਆ ਹੋਇਆ ਸੀ। ਨਾਲ ਹੀ ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਸਾਡੇ ਡੀਜੀਪੀ ਨੇ ਬਰਸਾਤ ਅਤੇ ਪ੍ਰਦਰਸ਼ਨ ਦਾ ਕਹਿ ਕੇ ਕੇਂਦਰੀ ਏਜੰਸੀਆਂ ਨੂੰ ਇਹ ਵੀ ਕਿਹਾ ਸੀ ਕਿ ਜੇ ਹੋ ਸਕਦਾ ਹੈ ਤਾਂ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਜਾਵੇ। ਪੀਐਮ ਦੇ ਸੜਕ ਮਾਰਗ ਤੋਂ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹਨਾਂ ਦਾ ਪ੍ਰੋਗਰਾਮ ਸਿਰਫ ਬਾਈ ਏਅਰ ਸੀ। ਉਹਨਾਂ ਨਾਲ ਹੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ, ਉਸ ਮਹਿਜ ਜਾਮ ਦੇ ਵਿੱਚ ਫਸੇ ਸੀ। ਮੁੱਖ ਮੰਤਰੀ ਨੇ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਕਿ ਉਹਨਾਂ ਨੇ ਹੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੂੰ ਸਖਤੀ ਨਾ ਕਰਨ ਲਈ ਕਿਹਾ ਸੀ ਤੇ ਉਹਨਾਂ ਬੀਜੇਪੀ ਦੇ ਨੇਤਾਵਾਂ ਨੇ ਜੋ ਇਲਜ਼ਾਮ ਲਗਾਏ ਨੇ ਉਹਨਾਂ ਨੂੰ ਨਕਾਰਿਆ। ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨਾਲ ਹੀ ਉਹਨਾਂ ਦੱਸਿਆ ਕਿ ਅਜੇ ਤੱਕ ਇਸ ਦੌਰੇ ਨਾਲ ਸੰਬੰਧਿਤ ਜੋ ਵੀ ਹੋਇਆ ਉਸ ਦੇ ਸੰਬੰਧ ਦੇ ਵਿੱਚ ਕਿਸੇ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਫਿਰ ਵੀ ਸਿਕਿਉਰਿਟੀ ਲੈਪਸ ਜੇ ਕਿਤੇ ਹੋਇਆ ਤਾਂ ਉਹ ਇਸ ਤੇ ਕਾਰਵਾਈ ਕਰਨਗੇ। ਸੋ ਕਈ ਸਵਾਲ ਖੜੇ ਹੁੰਦੇ ਨੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ, ਕਿਉਂਕਿ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੋ ਹੀ ਅਜਿਹੇ ਦੇਸ਼ ਦੇ ਨੇਤਾ ਨੇ, ਦੋ ਹੀ ਅਜਿਹੇ ਦੇਸ਼ ਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਰੂਟ ਪਲਾਨ ਜਿਹੜਾ ਹੈ ਉਹ ਕੇਂਦਰੀ ਏਜੰਸੀਆਂ 5 ਘੰਟੇ ਪਹਿਲਾਂ ਤੈਅ ਕਰਦੀਆਂ ਨੇ। ਇਹ ਸਭ ਜਾਣਦੇ ਨੇ, ਪਰ ਪ੍ਰਧਾਨ ਮੰਤਰੀ ਦੇ ਇਸ ਰੂਟ ਪਲਾਨ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਲਾਪਰਵਾਹੀ ਹੈ ਉਹ ਕਿਵੇਂ ਹੋਈ, ਵੱਡੇ ਸਵਾਲ ਖੜੇ ਕਰ ਰਹੀ ਹੈ ਇਸ ਵੇਲੇ। ਔਰ ਇਹ ਵੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਦਾ ਰੂਟ ਪਲਾਨ ਜਦੋਂ ਵੀ ਬਣਦਾ ਹੈ ਜਾਂ ਰਾਸ਼ਟਰਪਤੀ ਦਾ ਰੂਟ ਪਲਾਨ ਜਦੋਂ ਵੀ ਬਣਦਾ ਹੈ ਉਸ ਦਾ ਇੱਕ ਆਪਸ਼ਨਲ ਰੂਟ ਪਲਾਨ ਜਿਹੜਾ ਹੈ ਯਾਨੀ ਕਿ ਬਦਲਵਾਂ ਰਸਤਾ ਹਰ ਵੇਲੇ ਉਹ ਤਿਆਰ ਰੱਖਣਾ ਹੁੰਦਾ ਹੈ। ਸੂਬਾ ਸਰਕਾਰ ਨੇ ਉਹ ਰਸਤਾ ਕਿਹੜਾ ਤਿਆਰ ਰੱਖਿਆ, ਇਸ ਤੇ ਵੀ ਸਵਾਲ ਨਹੀਂ ਅਜੇ ਤੱਕ, ਇਸ ਸਵਾਲ ਦਾ ਜਵਾਬ ਵੀ ਅਜੇ ਤੱਕ ਨਹੀਂ ਦਿੱਤਾ ਬਣਿਆ ਕਿ ਆਪਸ਼ਨਲ ਰੂਟ ਕਿਉਂ ਨਹੀਂ ਰੱਖਿਆ ਗਿਆ। ਇਸ ਤਰ੍ਹਾਂ ਪ੍ਰਧਾਨ ਮੰਤਰੀ ਦਾ ਕਾਫਲਾ ਜਿਹੜਾ ਉਹ ਜਾਮ ਦੇ ਵਿੱਚ ਫਸਣਾ ਜਾਂ ਕਹਿ ਲਈਏ ਕਿ ਪ੍ਰਦਰਸ਼ਨਕਾਰੀਆਂ ਦੇ ਵਿੱਚ ਫਸਣਾ ਕਾਫੀ ਜਿਹੜਾ ਉਹ ਸਵਾਲ ਖੜੇ ਕਰਦਾ ਹੈ। ਔਰ ਇਹ ਵੀ ਦੱਸ ਦਈਏ ਕਿ ਇਹ ਉਹ ਖੇਤਰ ਹੈ ਜੋ ਬੀਐਸਐਫ ਦੇ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਉਂਦਾ ਹੈ। ਪੂਰਾ ਦਾਇਰਾ ਬਠਿੰਡਾ ਤੋਂ ਲੈ ਕੇ ਫਿਰੋਜ਼ਪੁਰ ਤੱਕ ਦਾ 100 ਕਿਲੋਮੀਟਰ ਦਾ ਰਸਤਾ ਇਹ ਪੂਰੇ ਦਾ ਪੂਰਾ ਉਸ ਦਾਇਰੇ ਦੇ ਵਿੱਚ ਆਉਂਦਾ ਹੈ ਜੋ ਬੀਐਸਐਫ ਦੇ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਰੱਖਿਆ ਹੋਇਆ ਹੈ। ਔਰ ਇਸ ਦੇ ਬਾਵਜੂਦ ਜਿਹੜੇ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਉਹ ਰਸਤੇ ਦੇ ਵਿੱਚ ਹੋਏ, ਜਦੋਂ ਕਿ ਪਹਿਲਾਂ ਤੋਂ ਕਹਿ ਲਈਏ ਕੇਂਦਰੀ ਏਜੰਸੀਆਂ ਨੇ ਸੂਬਾ ਸਰਕਾਰ ਨੂੰ ਅਗਰਾਹ ਕਰ ਦਿੱਤਾ ਸੀ ਕਿ ਇਹਨਾਂ ਪ੍ਰਦਰਸ਼ਨਾਂ ਨੂੰ ਜਿਹੜਾ ਉਹ ਰੋਕਿਆ ਜਾਵੇ, ਰਸਤੇ ਜਿਹੜੇ ਨੇ ਉਹ ਸਾਫ਼ ਰੱਖੇ ਜਾਣ। ਪਰ ਇਸ ਦੇ ਬਾਵਜੂਦ ਅਜਿਹਾ ਕਿਉਂ ਨਹੀਂ ਹੋਇਆ, ਇਸ ਤੇ ਜਿਹੜੀ ਹੈ ਉਹ ਰਿਪੋਰਟ ਕੇਂਦਰ ਸਰਕਾਰ ਦੇ ਵੱਲੋਂ ਮੰਗ ਲਈ ਗਈ ਹੈ। ਗ੍ਰਹਿ ਮੰਤਰਾਲੇ ਨੇ ਜਿਹੜੀ ਇਹ ਰਿਪੋਰਟ ਮੰਗੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਕਾਇਦਾ ਟਵੀਟ ਕਰਕੇ ਇਹ ਦੱਸਿਆ ਹੈ ਕਿ ਪੀਐਮ ਦੀ ਸੁਰੱਖਿਆ ਵਿੱਚ ਲਾਪਰਵਾਹੀ ਉਹਨਾਂ ਨੂੰ ਮਨਜ਼ੂਰ ਨਹੀਂ। ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਬਾਕਾਇਦਾ ਇਸ ਦੀ ਰਿਪੋਰਟ ਮੰਗ ਲਈ ਹੈ। ਇਹ ਵੀ ਨਾਲ ਹੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਰੂਟ ਪਲਾਨ ਦੀ ਪੂਰੀ ਜਾਣਕਾਰੀ ਸੀ, ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ। ਫਿਰ ਇਸ ਦੇ ਬਾਵਜੂਦ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋਈ? ਇਸ ਪੂਰੇ ਘਟਨਾਕ੍ਰਮ ਚੋਂ ਨਿਕਲ ਕੇ ਬਠਿੰਡਾ 에ਅਰਪੋਰਟ ਵਾਪਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਇੱਕ ਖਾਸ ਗੱਲ ਕਹੀ, ਵੱਡੀ ਗੱਲ ਕਹੀ। ਉਹ ਇਹ ਸੀ ਕਿ ਮੈਂ ਬਠਿੰਡਾ ਤੱਕ ਜਿੰਦਾ ਵਾਪਸ ਆ ਸਕਿਆ। ਆਪਣੇ ਸੀਐਮ ਨੂੰ ਤੁਸੀਂ ਧੰਨਵਾਦ ਕਹਿਣਾ ਜਾ ਕੇ। ਸੋ ਇਹ ਇੱਕ ਵੱਡੀ ਗੱਲ ਕਹਿ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਸ ਨੂੰ ਲੈ ਕੇ ਸਿਆਸੀ ਜਿਹੜੇ ਗਲਿਆਰਿਆਂ ਦੇ ਵਿੱਚ ਚਰਚਾ ਹੋਰ ਜ਼ਿਆਦਾ ਗਰਮ ਹੋ ਗਈ ਹੈ ਇਸ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ, ਜਿਸ ਤੋਂ ਬਾਅਦ ਹੀ ਮੁੱਖ ਮੰਤਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਫਾਈ ਦੇਣੀ ਪਈ ਹੈ। ਪਰ ਅਗਲੇ ਦਿਨਾਂ ਦੇ ਵਿੱਚ ਇਹ ਅੱਜ ਦੇ ਘਟਨਾਕ੍ਰਮ ਦੇ ਆਊਟਕਮ ਜਿਹੜੇ ਨੇ, ਨਤੀਜੇ ਜਿਹੜੇ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਣਗੇ। ਸਿਆਸੀ ਨਤੀਜੇ ਕੀ ਨਿਕਲਦੇ ਨੇ, ਰਾਜਨੀਤਿਕ ਨਤੀਜਿਆਂ ਤੇ ਸਭ ਦੀ ਨਜ਼ਰ ਰਹੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਕਿਵੇਂ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਦੇ ਵਿੱਚ ਜੋ ਸਰਹੱਦੀ ਇਲਾਕਾ ਹੈ ਪਾਕਿਸਤਾਨ ਦੇ, ਉਸ ਇਲਾਕੇ ਦੇ ਵਿੱਚ ਜੋ 15-20 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ, ਉਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਕਾਫਲਾ 15 ਤੋਂ 20 ਮਿੰਟ ਫਸਿਆ ਰਹਿੰਦਾ ਹੈ। ਤਾਂ ਉਸ ਦੇ ਉੱਤੇ ਕਿਸ ਤਰ੍ਹਾਂ ਦਾ ਸਿਆਸੀ ਬਵਾਲ ਜਿਹੜਾ ਉਹ ਅਗਲੇ ਦਿਨਾਂ ਦੇ ਵਿੱਚ ਮਚਦਾ ਹੈ, ਕਿਸ ਤਰ੍ਹਾਂ ਦੇ ਨਤੀਜੇ ਜਿਹੜੇ ਸਾਹਮਣੇ ਆਉਂਦੇ ਨੇ ਉਹ ਤੁਸੀਂ ਅਗਲੇ ਦਿਨਾਂ ਦੇ ਵਿੱਚ ਵੇਖੋਗੇ। ਪਰ ਇਸ ਦੇ ਨਾਲ ਹੀ
ਵੱਡੇ ਸਿਆਸੀ ਨੇਤਾਵਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਬਾਕੀ ਪਾਰਟੀਆਂ ਤੋਂ ਵੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਇਹ ਮੁੱਖ ਮੰਤਰੀ ਸੂਬਾ ਚਲਾਉਣ ਦੇ ਯੋਗ ਨਹੀਂ। ਇਹ ਗੱਲ ਕਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਹੀ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਇਹ ਮੁੱਖ ਮੰਤਰੀ ਸੂਬਾ ਚਲਾਉਣ ਦੇ ਯੋਗ ਨਹੀਂ ਹੈ। ਸੋ ਅੱਜ ਦੇ ਘਟਨਾਕ੍ਰਮ ਨੇ ਇਹਨਾਂ ਚਰਚਾਵਾਂ ਨੂੰ ਹੋਰ ਬਲ ਦਿੱਤਾ ਹੈ, ਇਹਨਾਂ ਗੱਲਾਂ ਨੂੰ ਹੋਰ ਬਲ ਦਿੱਤਾ ਹੈ। ਇਸ ਤੋਂ ਇਲਾਵਾ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਿਸ਼ਾਨਾ ਸਾਧਿਆ ਹੈ ਮੁੱਖ ਮੰਤਰੀ ਚੰਨੀ ਤੇ ਔਰ ਪੰਜਾਬ ਦੀ ਮੌਜੂਦਾ ਸਰਕਾਰ ਤੇ। ਉਹਨਾਂ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕਰ ਦਿੱਤੀ ਹੈ। ਅਮਨ ਕਾਨੂੰਨ ਦੀ ਵਿਗੜੀ ਵਿਵਸਥਾ ਦਾ ਵਾਸਤਾ ਦਿੰਦਿਆਂ ਉਹਨਾਂ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ। ਸੋ ਜ਼ਾਹਿਰ ਹੈ ਅੱਜ ਦੇ ਇਸ ਘਟਨਾਕ੍ਰਮ ਦੇ ਨਤੀਜੇ ਅਗਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਣਗੇ। ਕਿਸ ਤਰ੍ਹਾਂ ਦੇ ਸਿਆਸੀ ਨਤੀਜੇ ਸਾਹਮਣੇ ਆਉਂਦੇ ਨੇ, ਸਾਡੀ ਨਜ਼ਰ ਉਹਨਾਂ ਨਤੀਜਿਆਂ ਤੇ ਬਣੀ ਰਹੇਗੀ। ਅਸੀਂ ਇਸ ਬਾਰੇ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਕੋਲ ਆਉਂਦੇ ਰਵਾਂਗੇ। ਤੇ ਹੁਣ ਤੁਹਾਨੂੰ ਇੱਕ ਵਾਇਰਲ ਵੀਡੀਓ ਵਿਖਾਉਂਦੇ ਹਾਂ ਜੋ ਸਿਕਿਉਰਿਟੀ ਲੈਪਸ ਤੇ ਇੱਕ ਵੱਡਾ ਸਵਾਲ ਖੜਾ ਕਰ ਰਹੀ ਹੈ। ਹਾਲਾਂਕਿ ਇਸ ਦੀ ਅਸਲੀਅਤ ਦੀ ਤਾਇਦ ਅਸੀਂ नहीं कर रहे। दिखाने ये वायरल वीडियो। आज आपको एक अजीब चीज दिखा रहा हूं। मेरी और प्रधानमंत्री जी की कार, देश के प्रथम प्रधान सेवक प्रधानमंत्री मोदी जी की कार, सामने से मैं और वो एक ही रोड पे हैं। कितना बड़ा सिक्योरिटी लैब्स है और वो सामने 10 मिनट खड़ी रहने के बाद यू टर्न लेके वापस आ रही है। मतलब फिरोजपुर से 10 किलोमीटर पहले की ये वीडियो मैं आपको दिखा रहा हूं कि प्रधानमंत्री जी का काफिला मतलब फंसा था और पुलिस उसको भी निकालने में नाकामयाब रही। और ये कितना बड़ा सिक्योरिटी लैब्स है पंजाब सरकार का, पंजाब पुलिस का। जिम्मेदार अधिकारियों पर तुरंत कार्रवाई होनी चाहिए। अगली खबर का रुख कर लेने हैं, पर अगली खबर भी इसे घटनाक्रम के नाल जुड़ी हुई है। सरकारी ऐलाना के बावजूद कि सब कुछ ठीक है, इस दे बावजूद बठिंडा तो लैके फिरोजपुर तक जिहड़ा ਵੱਖ-ਵੱਖ ਖੇਤਰਾਂ ਦੇ ਵਿੱਚ ਵੀ ਕਿਸਾਨ ਪ੍ਰਦਰਸ਼ਨ ਹੋਏ। ਕੇਂਦਰ ਸਰਕਾਰ ਵੱਲੋਂ ਭਾਵੇਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ, ਪਰ ਕਿਸਾਨਾਂ ਦਾ ਰੋਸ ਹੈ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਮੰਨੀਆਂ ਨਹੀਂ ਗਈਆਂ, ਜਿਸ ਲਈ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਆਉਣ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਕਰਨਗੇ। ਇਸੇ ਦੇ ਚੱਲਦਿਆਂ ਅੱਜ ਬਠਿੰਡਾ ਸਮੇਤ ਮਾਲਵਾ ਖੇਤਰ 'ਚ ਕਿਸਾਨਾਂ ਨੇ ਪੂਤਲਾ ਫੂਕ ਪ੍ਰਦਰਸ਼ਨ ਕਰਕੇ ਆਪਣਾ ਰੋਸ ਜ਼ਾਹਰ ਕੀਤਾ। ਪ੍ਰਦਰਸ਼ਨਾਂ ਦੀ ਲੜੀ ਦੇ ਤਹਿਤ ਬਠਿੰਡਾ ਵਿੱਚ ਵੀ ਪੀਕੇਯੂ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ, ਜੋ ਹਨੂਮਾਨ ਚੌਕ ਪਹੁੰਚ ਕੇ ਸਮਾਪਤ ਹੋਇਆ, ਜਿੱਥੇ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕਾਰੋਬਾਰੀ ਅੰਬਾਨੀ ਅਡਾਨੀ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ। ਇੱਥੇ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਆਉਣ ਤੇ ਆਪਣਾ ਵਿਰੋਧ ਜਤਾਉਂਦਿਆਂ ਸੂਬੇ ਭਰ 'ਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਕਿਉਂਕਿ ਕਿਸਾਨਾਂ ਦੀਆਂ ਮੰਗਾਂ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਮੰਨੀਆਂ ਨਹੀਂ ਗਈਆਂ। ਪੂਰਾ ਪੰਜਾਬ ਦੇ ਵਿੱਚ ਵਿਰੋਧ ਹੋਇਆ ਮੋਦੀ ਦਾ, ਜੋ ਦੇਸ਼ ਦੇ ਨਾਲ ਗਦਾਰੀ ਕੀਤੀ, ਦੇਸ਼ ਨੂੰ ਵੇਚਣਾ ਚਾਹੁੰਦਾ ਹੈ। ਅੱਜ ਉਹ ਪੰਜਾਬ ਦੇ ਵਿੱਚ ਆਇਆ ਫਿਰੋਜ਼ਪੁਰ, ਇਸ ਕਰਕੇ ਉਹਦਾ ਸਾਰੇ ਪੰਜਾਬ 'ਚ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕੁੱਲ ਦੁਕਾਨਦਾਰ ਬੰਨਿਓ, ਕੁੱਲ ਤਬਕੇ ਬੰਨਿਓ, ਕਿਉਂਕਿ ਸਾਲ ਭਰ ਉਹਨੇ ਸਾਨੂੰ ਸੜਕਾਂ ਤੇ ਲਿਟਣ ਵਾਸਤੇ ਮਜਬੂਰ ਕੀਤਾ। ਅੱਜ ਉਹ ਪੰਜਾਬ ਦੇ ਵਿੱਚ ਆ ਕੇ ਸੜੇ ਹੋਏ ਪੈਰ ਜਿਹੜੇ ਰੱਖੇ ਨੇ ਉਹਦਾ ਵਿਰੋਧ ਕਰਨਾ ਹੀ ਵਾਪਸ। ਇਹਦਾ ਮੋਦੀ ਦਾ, ਇਹਦੇ ਘਰਾਣਿਆਂ ਦਾ, ਅਵਾਨੀਆਂ ਡਵਾਨੀਆਂ ਦੇ ਸਾਰੇ ਪੰਜਾਬ 'ਚ ਪੁਤਲੇ ਫੂਕੇ ਨੇ। ਆਪੋ ਆਪਣੇ ਸ਼ਹਿਰਾਂ ਦੇ ਵਿੱਚ, ਆਪੋ ਆਪਣੇ ਪਿੰਡਾਂ ਦੇ ਵਿੱਚ, ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਉਹਦੇ ਪੁਤਲੇ ਫੂਕੇ ਨੇ, ਅਵਾਨੀ ਡਵਾਨੀ ਦੇ ਤੇ ਇਹਦੇ ਮੋਦੀ। ਉਧਰ ਮਾਨਸਾ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ, ਜਿੱਥੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਉਹ ਪੰਜਾਬ ਵਿੱਚ ਬੀਜੇਪੀ ਦੇ ਉਮੀਦਵਾਰਾਂ ਤੇ ਪਾਰਟੀ ਦੇ ਵਰਕਰਾਂ ਦਾ ਵਿਰੋਧ ਕਰਦੇ ਰਹਿਣਗੇ। ਇਹ ਮੋਦੀ ਜਿਹੜਾ ਆਇਆ ਸਾਡੇ ਪੰਜਾਬ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ, ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਸਾਰੇ ਲੋਕਾਂ ਵੱਲੋਂ। ਜਿਵੇਂ ਅਸੀਂ ਕਿਸਾਨ ਜਥੇਬੰਦੀ ਵਾਲੇ ਆ, ਸਾਰੇ ਲੋਕ ਮੋਦੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ, ਦੁਖੀ ਨੇ। ਇਹ ਮੋਦੀ ਕੰਪਨੀਆਂ ਦਾ ਦਲਾਲ ਹੈ, ਇਹਨੂੰ ਅਸੀਂ ਨਹੀਂ ਚਾਹੁੰਦੇ। ਪਹਿਲਾਂ ਅਸੀਂ ਜੁੜ ਕੇ ਸਾਰੇ ਲੋਕਾਂ ਨੇ ਕਾਲੇ ਕਾਨੂੰਨ ਰੱਦ ਕਰਾਏ ਨੇ। ਇਹਨੇ ਸਾਰਾ ਦੇਸ਼ ਵੇਚਤਾ ਸਾਡਾ, ਮੋਦੀ ਸਰਕਾਰ। ਇਹਦਾ ਅੱਜ ਅਸੀਂ ਪੰਜਾਬ ਦੇ ਵਿੱਚ ਵਿਰੋਧ ਕਰ ਰਹੇ ਹਾਂ ਬਹੁਤ ਜ਼ਿਆਦਾ ਅਰਥਿਆ ਸਰ। ਬਠਿੰਡਾ ਤੋਂ ਪ੍ਰਦੀਪ ਰਾਜ ਅਤੇ ਮਾਨਸਾ ਤੋਂ ਜਗਦੀਸ਼ ਬਾਂਸਲ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ। ਸੋ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੇ ਖਿਲਾਫ ਜਿਹੜੇ ਨੇ ਉਹ ਪ੍ਰਦਰਸ਼ਨ ਤੇ ਡਟੇ ਰਹੇ, ਤੇ ਦੂਜੇ ਪਾਸੇ
ਉਹਨਾਂ ਜਥੇਬੰਦੀਆਂ ਦੇ ਕਿਸਾਨ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਦਰਸ਼ਨ ਜਿਹੜੇ ਨੇ ਅੱਜ ਜੋ ਸੂਬਾ ਸਰਕਾਰ ਦੇ ਖਿਲਾਫ ਚੱਲ ਰਹੇ ਸੀ ਕਿ ਇੱਕ ਫੈਸਲਾ ਜਿਹੜਾ ਸਰਕਾਰ ਦਾ ਜਿੰਨੀ ਦੇਰ ਨਹੀਂ ਆਉਂਦਾ ਉਨੀ ਦੇਰ ਇਸੇ ਤਰ੍ਹਾਂ ਚੱਲੇਗਾ ਇਹ ਪ੍ਰਦਰਸ਼ਨ, ਉਹ ਅਚਾਨਕ ਖਤਮ ਕਰ ਦਿੱਤੇ ਗਏ ਤੇ 5 ਤਰੀਕ ਤੱਕ ਇਹ ਪ੍ਰਦਰਸ਼ਨ ਵਧਾਏ ਗਏ ਸੀ। ਉਸ ਤੋਂ ਬਾਅਦ ਅੱਗੇ ਫੈਸਲਾ ਆਉਣਾ ਸੀ ਕਿ ਉਦੋਂ ਤੱਕ ਮਸਲਾ ਹੱਲ ਕਰਤਾ ਜਾਵੇ, ਨਹੀਂ ਇਹ ਪ੍ਰਦਰਸ਼ਨ ਅੱਗੇ ਵਧਾਏ ਜਾਣਗੇ। ਪਰ ਹੋਇਆ ਇਸ ਤਰ੍ਹਾਂ ਕਿ ਮੀਟਿੰਗ ਅੱਗੇ ਦੀ ਅੱਗੇ ਪਾਈ ਗਈ ਹੈ। ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ ਅੱਜ ਖਤਮ ਕਰ ਦਿੱਤੇ ਗਏ। ਸੂਬਾ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਕਿਸਾਨਾਂ ਵੱਲੋਂ BKU ਏਕਤਾ ਉਗਰਾਹਾਂ ਦੀ ਅਗਵਾਈ 'ਚ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ ਗਏ ਸਨ, ਜੋ ਅੱਜ 17 ਦਿਨਾਂ ਬਾਅਦ ਸਮਾਪਤ ਹੋ ਗਏ। ਬਠਿੰਡਾ ਦੇ ਮਿੰਨੀ ਸੈਕਟਰੀਏਟ ਅੱਗੇ ਚੱਲ ਰਹੇ ਕਿਸਾਨਾਂ ਦੇ ਇਸ ਧਰਨੇ 'ਚ ਔਰਤਾਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਬੀਤੇ 17 ਦਿਨਾਂ ਤੋਂ ਲਗਾਤਾਰ ਚੱਲ ਰਹੇ ਇਸ ਧਰਨੇ ਦੌਰਾਨ ਕੜਾਕੇ ਦੀ ਠੰਡ ਵੀ ਕਿਸਾਨਾਂ ਦੇ ਹੌਸਲਿਆਂ ਨੂੰ ਠੰਡਾ ਨਹੀਂ ਕਰ ਸਕੀ। ਇਹੀ ਨਹੀਂ, ਮੰਗਲਵਾਰ ਨੂੰ ਜਿੱਥੇ ਦਿਨ ਭਰ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ, ਉੱਥੇ ਹੀ ਬੁੱਧਵਾਰ ਨੂੰ ਦਰਮਿਆਨੀ ਬਾਰਿਸ਼ ਦੇ ਦੌਰਾਨ ਵੀ ਕਿਸਾਨ ਧਰਨੇ ਤੇ ਡਟੇ ਰਹੇ। ਅੱਜ ਜ਼ਿਲ੍ਹਾ ਹੈੱਡਕੁਆਟਰਾਂ ਤੇ ਦਿੱਤੇ ਜਾ ਰਹੇ ਇਹਨਾਂ ਧਰਨਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਜਿੱਥੇ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀ, ਜਿਸ ਸੰਬੰਧੀ ਮੁੱਖ ਮੰਤਰੀ ਨਾਲ ਸੂਬਾ ਕਮੇਟੀ ਦੀ ਮੀਟਿੰਗ 10 ਤਰੀਕ ਨੂੰ ਹੋਵੇਗੀ, ਜਿਸ ਲਈ ਅੱਜ ਇਹਨਾਂ ਮੋਰਚਿਆਂ ਦੀ ਸਮਾਪਤੀ ਕੀਤੀ ਗਈ ਹੈ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 16ਵਾਂ ਦਿਨ ਹੈ ਸਾਨੂੰ ਬੈਠਿਆਂ ਨੂੰ। ਸਰਕਾਰ ਨੇ ਖਾਸੀਆਂ ਮੰਗਾਂ ਮੰਨੀਆਂ ਹੋਈਆਂ, ਉਹ ਲਾਗੂ ਕਰਨ ਦੇ ਵਿੱਚ ਬਹੁਤ ਸਾਰੀ ਵੱਡੀ ਦਿੱਕਤ ਹੈ। ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਬੈਠਣ ਵਾਸਤੇ ਤਿਆਰ ਨਹੀਂ ਹੈਗਾ। ਪੁਲਿਸ ਕੇਸ ਰੱਦ ਹੋ ਗਏ, ਨਰਮੇ ਦਾ ਮੁਆਵਜ਼ਾ ਪਾਤਾ, ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਤਾ। ਇਹ ਗੱਲਾਂ ਕਹਿਣ ਦੀ ਬਜਾਏ ਅਸਵਾਏ ਉਹ ਦੇਣ ਨੂੰ ਕੁਛ ਤਿਆਰ ਨਹੀਂ ਹੈਗਾ, ਲਿਸਟਾਂ ਤੱਕ ਨਹੀਂ ਦਿੱਤੀਆਂ। ਅੱਜ ਇਹੋ ਜਿਹਾ ਮੌਸਮ ਹੈ, ਕੱਲ ਦਾ ਭਾਰੀ ਮੀਂਹ ਪੈ ਰਿਹਾ, ਸਾਰੀ ਰਾਤ ਹੋ ਗਈ, ਸਾਰਾ ਦਿਨ ਹੋ ਗਿਆ, ਕੱਲ ਦਾ ਦਿਨ ਵੀ ਗਿਆ। ਇਹਦੇ ਬਾਵਜੂਦ ਜਿਹੜੇ ਸਾਡੇ ਇਕੱਠ ਹੈ ਉਹ ਭਰਮੇ ਹੋ ਰਹੇ ਹੈ। ਸਰਕਾਰ ਨੂੰ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ, ਉਹ ਭੁੱਲ ਜਾਣ ਇਸ ਗੱਲ ਨੂੰ ਵੀ ਇਹ ਲੋਕ ਅੱਕ ਕੇ ਉੱਠ ਜਾਣਗੇ। ਅੱਜ ਚਾਹੇ ਇਸ ਮੋਰਚੇ ਦੀ ਇੱਕ ਵਾਰੀ ਸਾਡੀ ਸਮਾਪਤੀ ਹੋਣੀ ਹੈ, ਪਰ ਇਹ ਤੋਂ ਅਗਲਾ ਐਲਾਨ ਹੈ ਜਿਹੜਾ 10 ਤਰੀਕ ਦੀ ਸੂਬੇ ਦੀ ਮੀਟਿੰਗ ਹੋਣੀ ਹੈ, ਉਹਦੇ 'ਚ ਫੈਸਲਾ ਕਰਕੇ ਸਰਕਾਰ ਤੋਂ ਹਰ ਹਾਲ ਤੇ ਮੰਗਾਂ ਜਿਹੜੀਆਂ ਲਾਗੂ ਕਰਾਉਣੀਆਂ, ਇਹਦੇ ਲਈ ਸਾਡਾ ਅਗਲਾ ਐਕਸ਼ਨ ਆਉਣਾ ਹੈ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਕਿਸਾਨੀ ਦੇ ਨਜ਼ਰੀਏ ਤੋਂ ਬਾਰਿਸ਼ ਅੱਜ ਜਿਹੜੀ ਹੈ ਉਹ ਕਾਫੀ ਫਾਇਦੇਮੰਦ ਕਹੀ ਜਾ ਰਹੀ ਹੈ। ਹਾਲਾਂਕਿ ਇੱਕ ਪਾਸੇ ਇਹ ਇੱਕ ਵਿਵਾਦ ਦਾ ਕਾਰਨ ਬਣੀ, ਸਿਆਸੀ ਬਵਾਲ ਦਾ ਕਾਰਨ ਬਣੀ ਇਹੀ ਬਾਰਿਸ਼, ਪਰ ਦੂਜੇ ਪਾਸੇ ਜਦੋਂ ਅਸੀਂ ਫਸਲਾਂ ਦੇ ਨਜ਼ਰੀਏ ਤੋਂ ਇਸ ਬਾਰਿਸ਼ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਜਿਹੜੇ ਨੇ ਉਹ ਜੋ ਖੇਤਾਂ 'ਚ ਕੰਮ ਕਰ ਰਹੇ ਨੇ, ਜਿਨ੍ਹਾਂ ਦੀਆਂ ਫਸਲਾਂ ਇਸ ਵੇਲੇ ਬਾਰਿਸ਼ ਲਈ ਤਰਾ-ਤਰਾ ਕਰਦੀਆਂ ਪਈਆਂ ਸੀ, ਸਰਦੀਆਂ ਦੀ ਬਾਰਿਸ਼ ਇਸ ਵੇਲੇ ਲੇਟ ਚੱਲ ਰਹੀ ਸੀ, ਉਹ ਬਾਰਿਸ਼ ਹੋਣ ਦੇ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਨੇ। ਪਹਾੜੀ ਖੇਤਰਾਂ 'ਚ ਹੋ ਰਹੀ ਬਰਫ਼ਬਾਰੀ ਦੇ ਨਾਲ ਮੈਦਾਨੀ ਖੇਤਰਾਂ 'ਚ ਬਾਰਿਸ਼ ਹੋ ਰਹੀ ਹੈ। ਸੂਬੇ 'ਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਠੰਡ ਦਾ ਜ਼ੋਰ ਵਧਣ ਕਰਕੇ ਆਮ ਜਨ ਜੀਵਨ ਤਾਂ ਪ੍ਰਭਾਵਿਤ ਹੋ ਰਿਹਾ ਹੈ, ਪਰ ਇਹ ਬਾਰਿਸ਼ ਕਿਸਾਨਾਂ ਦੇ ਚਿਹਰੇ ਤੇ ਰੌਣਕ ਲੈ ਆਈ ਹੈ। ਕਿਸਾਨ ਬਾਰਿਸ਼ ਨੂੰ ਫਸਲਾਂ ਲਈ ਲਾਹੇਵੰਦ ਮੰਨ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਾਰਿਸ਼ ਫਸਲਾਂ ਲਈ ਘਿਓ ਦਾ ਕੰਮ ਕਰੇਗੀ, ਕਿਉਂਕਿ ਬਾਰਿਸ਼ ਨਾਲ ਫਸਲਾਂ ਨੂੰ ਪਾਣੀ ਦੀ ਪੂਰਤੀ ਹੋ ਰਹੀ ਹੈ, ਤੇ ਦੂਜਾ ਇਸ ਵਾਰ ਜ਼ਿਆਦਾ ਠੰਡ ਤੇ ਧੁੰਦ ਨਾ ਪੈਣ ਕਾਰਨ ਕਿਸਾਨ ਚਿੰਤਾ ਵਿੱਚ ਸਨ, ਜੋ ਹੁਣ ਬਾਰਿਸ਼ ਨੇ ਦੂਰ ਕਰ ਦਿੱਤੀ ਹੈ ਤੇ ਇਸ ਬਾਰਿਸ਼ ਨਾਲ ਕਣਕ ਦਾ ਝਾੜ ਵਧਣ ਦੀ ਉਮੀਦ ਹੈ। ਬਾਰਿਸ਼ ਪੈ ਰਹੀ ਹੈ, ਸਰੋਂ ਦੀ ਫਸਲ ਨੂੰ, ਕਣਕ ਦੀ ਫਸਲ ਨੂੰ ਬਹੁਤ ਫਾਇਦਾ ਹੈ ਜੀ ਇਹਦਾ। ਤੇ ਇੱਕ ਗੱਲ ਹੋਰ ਹੈ ਜੀ, ਪਿਛਲੀ ਵਾਰ ਜਦੋਂ ਸੁੰਡੀ ਪਈ ਸੀਗੀ, ਇਸੇ ਕਰਕੇ ਨਹਿਰੀ ਪਾਣੀ ਆਪਣੇ ਮੋਟਰਾਂ ਦੇ ਪਾਣੀ ਲਾਉਣੇ ਆ, ਉਹਦੇ ਕਰਕੇ ਨਰਮਾ ਖਰਾਬ ਹੋ ਗਿਆ। ਤੇ ਜਿਹੜਾ ਬਾਰਿਸ਼ ਆ ਬੂੰਦਾਬੰਦੀ ਪੈ ਰਹੀ ਹੈ, ਇਹਦਾ ਬਹੁਤ ਫਾਇਦਾ ਹੈ। ਕਣਕ ਵਾਸਤੇ ਬਹੁਤ ਹੀ ਚੰਗਾ ਹੈ ਮੀਂਹ ਇਹ, ਜੇ 5-5 ਉਂਗਲਾਂ ਪੈ ਜੇ ਤਾਂ ਵੀ ਚੰਗਾ। ਜਿਹੜੀ ਕਣਕ ਪੀਲੀ ਹੋ ਰਹੀ ਹੈ ਉਹ ਵੀ ਹਰੀ ਹੋ ਜੂਗੀ। ਤੇ ਸਰੋਂ ਵਾਸਤੇ ਬਹੁਤ ਇਹ ਮਾੜਾ ਹੈ। ਜਿਹੜੀ ਸਰੋਂ ਨਿਸਰੀ ਖੜੀ ਹੈ, ਕੋਰਾ ਪੈ ਗਿਆ, ਫਲੀਆਂ ਦੇ ਵਿੱਚ ਪਾੜ ਕੇ ਵੜ ਜੂਗਾ, ਉਹਦਾ ਝਾੜ ਘੱਟ ਹੈ, ਕਣਕ ਦਾ ਵੱਧ ਹੈ। ਬਾਰਿਸ਼ ਹੋਰ ਆ ਜੇ ਤਾਂ ਬਹੁਤ ਚੰਗੀ ਗੱਲ ਹੈ, ਕਿ ਨਾ ਪੈ ਜੇ ਫਿਰ ਮਗਰੋਂ ਮੌਸਮ ਸਾਫ਼ ਹੋ ਜੇ ਤੇ ਕਣਕ ਵਾਸਤੇ ਬਹੁਤ ਲਾਹੇਵੰਦ ਹੈ। ਬਾਰਿਸ਼ ਹੋਈ ਹੈ, ਚੰਗੀ ਹੋਈ ਹੈ। ਇਹ ਜਿੰਨਾ ਵੀ ਕੋਰਾ ਪੈ ਰਿਹਾ ਹੈ, ਇਹ ਕਣਕ ਵਾਸਤੇ ਚੰਗਾ ਹੈਗਾ। ਤੇ ਜਿੰਨੀ ਵੀ ਇਹ ਪਹਿਲਾਂ ਵੀ ਨਰਮੇ ਦੀ ਦਾਅਵੇ ਹੇਠ ਆ ਰਹੇ ਹੈਗੇ, ਕੋਈ ਸਰਕਾਰਾਂ ਮੁਆਵਜ਼ੇ ਨਹੀਂ ਦੇ ਰਹੀਆਂ। ਤੇ ਬਾਕੀ ਜਿਹੜਾ ਨਹਿਰੀ ਪਾਣੀ ਹੈ ਉਹ ਫਿਰ ਵੀ ਹੁਣ ਸੂਏ ਸਾਰੇ ਖਾਲੀ ਪਏ ਨੇ, ਤੁਹਾਨੂੰ ਪਤਾ ਹੀ ਹੈ। ਬਾਕੀ ਜਿਹੜਾ ਆਹ ਬੋਰਾਂ ਵਾਲਾ ਪਾਣੀ ਉਹ ਗੱਲ ਨਹੀਂ ਮੰਨਦੀ। ਜੇ ਜਿੰਨਾ ਬਾਰਿਸ਼ ਹੋਊਗੀ, ਕੋਰਾ ਪਊਗਾ, ਉਹਨਾਂ ਕਣਕਾਂ ਨੂੰ ਫਾਇਦਾ ਹੀ ਫਾਇਦਾ ਹੈਗਾ, ਉਨੀ ਝਾੜ ਵੱਧ ਹੋਊਗਾ। ਤਲਵੰਡੀ ਸਾਬੋ ਤੋਂ ਗੁਰਸੇਵਕ ਮਾਨ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਇਸ ਬਾਰਿਸ਼ ਕਾਰਨ ਲੋਕ ਜਿਹੜੇ ਨੇ ਉਹ ਬੁਰੀ ਤਰ੍ਹਾਂ ਠੁਠਰ ਕਰਦੇ ਨਜ਼ਰ ਆ ਰਹੇ ਨੇ। ਠੰਡ ਦਾ ਜ਼ੋਰ ਜਿਹੜਾ ਉਹ ਵੱਧ ਗਿਆ ਹੈ ਔਰ ਲੋਕ ਆਪਣੇ ਘਰਾਂ ਦੇ ਵਿੱਚ ਦੁੱਕੇ ਰਹੇ। ਵਿਖਾਉਂਦੇ ਹਾਂ ਕਿਸ ਤਰ੍ਹਾਂ ਦਾ ਰਿਹਾ ਮੌਸਮ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅਨੁਮਾਨਾਂ ਮੁਤਾਬਕ ਮੰਗਲਵਾਰ ਨੂੰ ਜਿੱਥੇ ਬਠਿੰਡਾ ਸਮੇਤ ਮਾਲਵਾ ਖੇਤਰ ਵਿੱਚ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ, ਉੱਥੇ ਹੀ ਬੁੱਧਵਾਰ ਸਵੇਰੇ ਵੱਡੇ ਤੜਕੇ ਤੋਂ ਸ਼ੁਰੂ ਹੋਈ ਬਾਰਿਸ਼ ਦਿਨ ਭਰ ਜਾਰੀ ਰਹੀ। ਬਠਿੰਡਾ ਖੇਤਰ 'ਚ ਬਾਰਿਸ਼ ਦੇ ਨਾਲ-ਨਾਲ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਤੇ ਠੰਡ ਦਾ ਜ਼ੋਰ ਹੋਰ ਵੀ ਵੱਧ ਗਿਆ, ਜਿਸ ਕਰਕੇ ਠੰਡ ਦੇ ਕਹਿਰ ਤੋਂ ਬਚਣ ਲਈ ਦਿਨ ਭਰ ਲੋਕ ਘਰਾਂ ਅੰਦਰ ਹੀ ਕੈਦ ਰਹੇ ਤੇ ਸੜਕਾਂ ਤੇ ਵੀ ਇੱਕਾ ਦੁੱਕਾ ਵਾਹਨ ਨਜ਼ਰ ਆਏ। ਮੀਂਹ ਦੇ ਨਾਲ ਚੱਲ ਰਹੀ ਠੰਡੀ ਹਵਾ ਨੇ ਲੋਕਾਂ ਨੂੰ ਘਰਾਂ ਅੰਦਰ ਵੀ ਕਾਂਬਾ ਛੇੜੀ ਰੱਖਿਆ। ਬਾਰਿਸ਼ ਦੇ ਕਾਰਨ ਮੰਗਲਵਾਰ ਨੂੰ ਘੱਟ ਤੋਂ ਘੱਟ ਤਾਪਮਾਨ 'ਚ ਵਾਧਾ ਜ਼ਰੂਰ ਦਰਜ ਕੀਤਾ ਗਿਆ ਸੀ, ਪਰ ਵੱਧ ਤੋਂ ਵੱਧ ਤਾਪਮਾਨ 'ਚ ਕਰੀਬ 5 ਡਿਗਰੀ ਦੀ ਗਿਰਾਵਟ ਮਾਪੀ ਗਈ ਸੀ। ਅੱਜ ਤਾਪਮਾਨ 'ਚ ਗਿਰਾਵਟ ਹੋਣ ਕਾਰਨ ਕੜਾਕੇ ਦੀ ਠੰਡ ਨੇ ਲੋਕਾਂ ਦਾ ਬੁਰਾ ਹਾਲ ਕਰੀ ਰੱਖਿਆ, ਪਰ ਜਿਨ੍ਹਾਂ ਲੋਕਾਂ ਨੂੰ ਮਜਬੂਰੀ ਵਸ ਕੰਮਾਂ ਕਾਰਾਂ ਲਈ ਘਰੋਂ ਬਾਹਰ ਨਿਕਲਣਾ ਪਿਆ, ਬਾਰਿਸ਼ ਤੇ ਠੰਡ ਨੇ ਉਹਨਾਂ ਦੀ ਮੁਸੀਬਤ ਨੂੰ ਹੋਰ ਵੀ ਵਧਾ ਦਿੱਤਾ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 1 ਤੋਂ 2 ਦਿਨਾਂ ਦੌਰਾਨ ਮੌਸਮ ਇਉਂ ਹੀ ਬਣਿਆ ਰਹੇਗਾ। ਕੈਮਰਾਮੈਨ ਪ੍ਰਦੀਪ ਰਾਸ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਅਗਲੀ ਖਬਰ ਦਾ ਰੁਖ ਕਰ ਲੈਂਦੇ ਆ। ਸਿਆਸੀ ਸਰਗਰਮੀਆਂ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਵਧਦੀਆਂ ਜਾ ਰਹੀਆਂ ਨੇ ਪੂਰੇ ਮਾਲਵਾ ਖਿੱਤੇ ਦੇ ਵਿੱਚ। ਤੇ ਮਾਨਸਾ ਤੋਂ ਖਬਰ ਹੈ ਜਿੱਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਵਪਾਰੀਆਂ ਨਾਲ ਮੁਲਾਕਾਤ ਕਰਨ ਪੁੱਜੇ। ਇਸ ਤੇ ਵਿਖਾਉਣੇ ਇੱਕ ਰਿਪੋਰਟ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਸਾ ਦੇ ਗਊਸ਼ਾਲਾ ਭਵਨ ਵਿੱਚ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਜਾਣਨ ਲਈ ਵਪਾਰ ਰਾਬਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਵਪਾਰੀਆਂ ਨਾਲ ਹੋਈ ਇਸ ਮੁਲਾਕਾਤ ਵਿੱਚ ਵਪਾਰੀਆਂ ਨੇ ਆਪਣੀਆਂ ਮੁਸ਼ਕਲਾਂ ਉਹਨਾਂ ਨੂੰ ਲਿਖਤ ਵਿੱਚ ਦਿੱਤੀਆਂ ਹਨ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਅਤੇ ਚੋਣ ਮੈਨੀਫੈਸਟੋ ਕਮੇਟੀ ਅੱਗੇ ਰੱਖਿਆ ਜਾਏਗਾ ਤਾਂ ਜੋ ਜੇਕਰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਏਗਾ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜ਼ਿਲ੍ਹੇ ਦੇ ਜਿਹੜਾ ਵਪਾਰ ਵਰਗ ਹੈ ਉਹਦਾ ਧੰਨਵਾਦ ਕਰਦਾ ਕਿ ਸਾਰੇ ਜੋ ਨੁਮਾਇੰਦਾ ਸੀ ਵੱਧ ਤੋਂ ਵੱਧ ਗਿਣਤੀ 'ਚ ਇੱਥੇ ਪਹੁੰਚੇ ਔਰ ਬੜਾ ਲੰਬਾ ਟਾਈਮ ਤੁਸੀਂ ਦੇਖੋ ਕਿ 4 ਘੰਟਿਆਂ ਤੋਂ ਬੈਠੇ ਸਾਰੀ ਗੱਲਬਾਤ ਹੋਈ। ਫਿਰ ਉਹਨਾਂ ਨੇ ਆਪਣੀਆਂ ਪ੍ਰੋਬਲਮਾਂ ਲਿਖਤੀ ਤੌਰ ਤੇ ਦਿੱਤੀਆਂ ਨੇ, ਜਿਹੜੀਆਂ ਪਾਰਟੀ 'ਚ ਮੈਂ ਜੋ ਸਾਡੀ ਮੈਂਬਰ ਕਮੇਟੀ ਹੈ ਮੈਨੀਫੈਸਟੋ ਉਹਦੇ ਪ੍ਰਧਾਨ ਜੀ ਨੂੰ ਦੱਸ ਕੇ ਰੱਖ ਦਿਆਂਗਾ ਔਰ ਗੱਲਾਂ ਵੀ ਮੈਨੂੰ ਤਕਰੀਬਨ ਠੀਕ ਲੱਗੀਆਂ ਜਿਹੜੀਆਂ ਹੋਣ ਵਾਲੀਆਂ ਨੇ। ਗੁਰੂ ਨੇ ਮੌਕਾ ਦਿੱਤਾ ਸੀ ਉਹ ਕਰਾਂਗੇ ਕਿ ਉਹਨਾਂ ਗੱਲਾਂ ਨੂੰ ਦੇ ਹੱਲ ਕੱਢੇ ਜਾਣ। ਸੋ ਇਸ ਕਰਕੇ ਮੈਨੂੰ ਖੁਸ਼ੀ ਹੈ ਕਿ ਬਹੁਤ ਸੋਹਣੀ ਮੀਟਿੰਗ ਹੋਈ ਹੈ, ਸਾਨੂੰ ਉਹਨਾਂ ਦੇ ਸਮੱਸਿਆ ਦਾ ਪਤਾ ਲੱਗਿਆ ਤਾਂ ਕਿ ਜੇ ਸਮਾਂ ਅੱਗੇ ਮਿਲਿਆ ਤਾਂ ਉਹਨਾਂ 'ਚ ਹੱਲ ਕਰ ਸਕੀਏ। ਦੂਜੇ ਪਾਸੇ ਵਪਾਰੀ ਇਸ ਵਪਾਰ ਰਾਬਤਾ ਪ੍ਰੋਗਰਾਮ ਤੋਂ ਸੰਤੁਸ਼ਟ ਨਜ਼ਰ ਆਏ। ਬਹੁਤ ਹੀ ਅੱਛੀ ਗੱਲ ਹੈ ਕਿ ਅੱਜ ਵਪਾਰੀਆਂ ਦੀ ਗੱਲ ਸੁਣ ਲਈ ਸ਼੍ਰੀ ਬਲਵਿੰਦਰ ਸਿੰਘ ਜੀ ਭੂੰਦੜ ਸਾਹਿਬ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ, ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਉਹਨਾਂ ਨੇ ਗੱਲ ਰੱਖੀ ਹੈ ਕਿ ਵਪਾਰੀਆਂ ਦੀ ਗੱਲ ਜੋ ਕਿ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਰੱਖੀਏ, ਛੋਟੇ ਦੁਕਾਨਦਾਰਾਂ ਦੀ ਹਰ ਕਿਸਮ ਦੇ ਵਪਾਰੀ ਵਰਗ ਦੀ ਗੱਲ ਉਹਨਾਂ ਨੇ ਬੜੀ ਤਰਤੀਬ ਨਾਲ ਸੁਣੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪਹਿਲ ਕਦਮੀ ਕੀਤੀ ਗਈ ਹੈ ਕਿ ਵਪਾਰੀਆਂ ਨਾਲ ਮਿਲਣੀ ਕਰਕੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਔਰ ਉਹਨਾਂ ਨੂੰ ਹੱਲ ਕਰਨ ਦੇ ਲਈ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਰੱਖੀ ਜਾਵੇ, ਇਹਨਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਸੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ। ਮਾਨਸਾ ਤੋਂ ਜਗਦੀਸ਼ ਬਾਂਸਲ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਜਦੋਂ ਗਾਇਕ ਸਿੱਧੂ ਮੂਸੇਵਾਲਾ ਸਿਆਸਤ 'ਚ ਆਏ ਸੀ ਤਾਂ ਉਸ ਵੇਲੇ ਹੀ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ, ਪਰ ਹੁਣ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਹੋਮ ਜ਼ਿਲ੍ਹੇ ਦੇ ਵਿੱਚ ਬਵਾਲ ਉੱਠਣੇ ਸ਼ੁਰੂ ਹੋ ਗਏ ਨੇ। ਇਸ ਨਾਲ ਜੁੜੀ ਵਿਖਾਉਂਦੇ ਇੱਕ ਰਿਪੋਰਟ। ਗਾਇਕ ਸਿੱਧੂ ਮੂਸੇਵਾਲਾ ਦੀ ਕਾਂਗਰਸ ਪਾਰਟੀ ਵਿੱਚ ਐਂਟਰੀ ਨੂੰ ਲੈ ਕੇ ਹਲਕਾ ਮਾਨਸਾ ਦੇ ਕਾਂਗਰਸੀ ਵਰਕਰਾਂ ਵੱਲੋਂ ਹੀ ਉਸ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਪਰ ਵਰਕਰਾਂ ਦਾ ਇਹ ਵਿਰੋਧ ਪਹਿਲਾਂ ਅੰਦਰ ਖਾਤੇ ਚੱਲ ਰਿਹਾ ਸੀ, ਜੋ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ ਤੇ ਹਲਕਾ ਮਾਨਸਾ 'ਚ ਕਾਂਗਰਸ ਧੜਿਆਂ 'ਚ ਵੰਡੀ ਨਜ਼ਰ ਆ ਰਹੀ ਹੈ, ਜਿੱਥੇ ਬੀਤੇ ਦਿਨੀ ਕਾਂਗਰਸੀ ਆਗੂ ਨੇ ਰੈਲੀ ਕਰਕੇ ਸਿੱਧੂ ਮੂਸੇਵਾਲਾ ਨੂੰ ਲਲਕਾਰਿਆ, ਉੱਥੇ ਹੀ ਅੱਜ ਜ਼ਿਲ੍ਹਾ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਇੱਕ ਰੈਲੀ 'ਚ ਸਿੱਧੂ ਮੂਸੇਵਾਲਾ ਤੇ ਗੰਭੀਰ ਇਲਜ਼ਾਮ ਲਗਾਏ। ਇੱਕ ਲੀਡਰ ਵੱਡਾ ਧਨਾੜ ਸਾਡੀ ਪਾਰਟੀ ਦਾ ਮੈਨੂੰ ਦੱਬਣ ਨੂੰ ਫਿਰਦਾ, ਹਰ ਕਾਂਗਰਸੀ ਨੂੰ ਦੱਬਣ ਨੂੰ ਫਿਰਦਾ, ਹਰ ਉਹ ਵਰਕਰ ਨੂੰ ਦੱਬਣ ਨੂੰ ਫਿਰਦਾ ਜਿਹੜਾ ਉਹਨਾਂ ਲਈ ਲੜਦਾ, ਕਾਂਗਰਸ ਪਾਰਟੀ ਲਈ ਮਰਦਾ, ਉਹਨਾਂ ਨੂੰ ਦੱਬਣ ਨੂੰ ਫਿਰਦੇ ਨੇ ਲੀਡਰ। ਢਿੱਲੋਂ ਸਾਹਿਬ ਇਹ ਸੁਨੇਹਾ, ਬੰਟੀ ਭਾਈ ਇਹ ਸੁਨੇਹਾ, ਮੁਕੇਸ਼ ਭਾਈ ਇਹ ਸੁਨੇਹਾ, ਨਿਰਮਲ ਸਿੱਧੂ ਜੀ ਇਹ ਸੁਨੇਹਾ ਹਾਈ ਕਮਾਂਡ ਨੂੰ ਦਿਓ
ਜਿਹਦੇ ਨਾਲ ਲੋਕ ਨੇ, ਜਿਹਦੇ ਨਾਲ ਨੌਜਵਾਨ ਨੇ, ਜਿਹਦੇ ਨਾਲ ਪ੍ਰਮਾਤਮਾ, ਉਹਨੂੰ ਨਹੀਂ ਕੋਈ ਦੱਬ ਸਕਦਾ, ਉਹਨੂੰ ਨਹੀਂ ਕੋਈ ਦੱਬ ਸਕਦਾ। ਦੱਬਣ ਨੂੰ ਹੋਰ ਬਥੇਰੇ ਹੋਣਗੇ, ਉਹਨੇ ਦੱਬ ਲਏ ਹੋਣਗੇ। ਇੱਕ ਨਵਾਂ ਜਦੋਂ ਕਿਸੇ ਦਾ ਫੌੜ ਨਹੀਂ ਪਿਆ, ਸਾਰੀ ਲੀਡਰਸ਼ਿਪ ਨੇ ਜ਼ੋਰ ਲਾ ਲਿਆ, ਸਾਰੇ ਕਾਂਗਰਸੀਆਂ ਨੇ ਰਲ ਕੇ ਜ਼ੋਰ ਲਾ ਲਿਆ। ਜਦੋਂ ਕਿਸੇ ਦਾ ਫੌੜ ਨਹੀਂ ਪਿਆ ਤਾਂ ਇੱਕ ਗਾਇਕਾ ਸਿੱਧੂ ਮੂਸੇਵਾਲਾ ਉਹਨੂੰ ਲੈ ਕੇ ਆਏ ਨੇ ਮੈਨੂੰ ਦੱਬਣ ਲਈ। ਓਏ ਮੇਰਾ ਉਹਦੇ ਨਾਲ ਕੀ ਮੁਕਾਬਲਾ? ਮੈਂ ਇੱਕ ਆਮ ਪਰਿਵਾਰ ਚੋਂ, ਇੱਕ ਆਮ ਘਰ ਦਾ ਮੁੰਡਾ, ਇੱਕ ਆਮ ਪਰਿਵਾਰ ਚੋਂ ਆਮ ਘਰ ਦਾ ਮੁੰਡਾ, ਲੋਕਾਂ ਲਈ ਕਰੋਨਾ ਕਿਸਾਨੀ, ਜਿੱਥੇ ਗਰੀਬੀ ਆ ਮੋਢੇ ਨਾਲ ਮੋਢਾ ਲਾ ਕੇ ਖੜਦਾ, ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਮੋੜ ਤੇ ਖੜਦਾ। ਮਾਨਸਾ ਤੋਂ ਜਗਦੀਸ਼ ਬਾਂਸਲ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ। ਕਈ ਥਾਈਂ ਟੋਲ ਪਲਾਜ਼ੇ ਅਜੇ ਵੀ ਬੰਦ ਨੇ। ਮਹਿਲ ਕਲਾਂ ਟੋਲ ਪਲਾਜ਼ੇ ਦੀ ਗੱਲ ਕਰਦੇ ਹਾਂ, ਜਿੱਥੇ ਦੋ ਕਿਸਾਨ ਜਥੇਬੰਦੀਆਂ ਆਪਸ ਵਿੱਚ ਹੀ ਉਲਝ ਪਈਆਂ। ਮਹਿਲ ਕਲਾਂ ਟੋਲ ਪਲਾਜ਼ਾ ਤੇ ਬੀਤੇ 10 ਦਿਨਾਂ ਤੋਂ BKU ਡਕੌਂਦਾ ਦੀ ਅਗਵਾਈ 'ਚ ਧਰਨਾ ਚੱਲ ਰਿਹਾ, ਜੋ ਕਿ 10 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਵਾਹਨਾਂ ਤੋਂ ਟੋਲ ਪਰਚੀ ਨਾ ਲੈਣ ਦੀ ਮੰਗ ਨੂੰ ਲੈ ਕੇ ਲਗਾਇਆ ਹੋਇਆ ਹੈ। ਪਰ ਸ਼ਾਮ ਨੂੰ ਇੱਥੇ ਧਰਨੇ ਵਾਲੀ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਦੀ ਆਪਸ ਵਿੱਚ ਝੜਪ ਹੋ ਗਈ, ਜਿਸ ਨਾਲ ਇੱਥੇ ਮਾਹੌਲ ਤਣਾਅ ਵਾਲਾ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਟੋਲ ਪਲਾਜ਼ਾ ਤੇ ਇੱਕ ਪਾਸਿਓਂ ਲੰਘਣ ਵਾਲੇ ਵਾਹਨਾਂ ਵੱਲੋਂ ਕਿਸਾਨ ਜਥੇਬੰਦੀ ਡਕੌਂਦਾ ਨੂੰ ਆਪਣੀ ਮਰਜ਼ੀ ਨਾਲ ਪੈਸੇ ਦਿੱਤੇ ਜਾ ਰਹੇ ਸਨ, ਜਿਸ ਦਾ ਵਿਰੋਧ ਕਰਦਿਆਂ BKU ਕਾਦੀਆਂ ਦੇ ਆਗੂਆਂ ਨੇ ਵਾਹਨ ਚਾਲਕਾਂ ਨੂੰ ਆਪਣੇ ਪੈਸੇ ਵਾਪਸ ਲੈਣ ਲਈ ਕਿਹਾ, ਜਿਸ ਦੇ ਬਾਅਦ ਦੋਹਾਂ ਜਥੇਬੰਦੀਆਂ ਦੀ ਆਪਸੀ ਝੜਪ ਹੋ ਗਈ। ਜੋ ਇੱਥੇ ਅਸੀਂ ਟੋਲ ਪਲਾਜ਼ੇ ਤੇ ਬੈਠੇ ਹਾਂ 3 ਦਿਨਾਂ ਦੇ, ਚੱਲ ਸਾਡੀ ਉਹਨਾਂ ਨਾਲ ਗੱਲਬਾਤ ਚੱਲਦੀ ਸੀ। ਉਸ ਤੋਂ ਬਾਅਦ ਅੱਜ ਦੁਪਹਿਰੇ ਕਾਦੀਆਂ ਜਥੇਬੰਦੀ ਆ ਕੇ ਉਹ ਉੱਥੇ ਆ ਕੇ ਬਹਿ ਗਏ ਬਰਾਬਰ, ਇੱਕ ਪੈਰਲਰ ਉਹਨਾਂ ਨੇ ਧਰਨਾ ਲਾ ਲਿਆ। ਤੇ ਜਦੋਂ 6 ਵਜੇ ਦਾ ਟਾਈਮ ਹੋਇਆ ਤਾਂ ਉੱਥੇ ਜਿਹੜਾ ਟਰਾਂਸਪੋਰਟਰ ਸੀ ਕੋਈ ਤੁਰਿਆ ਜਾਂਦਾ ਰਾਹ 'ਚ, ਰੁਪਈਆ ਸਿੱਟ ਗਿਆ 100। ਉਹਨਾਂ ਨੇ ਸਪੀਕਰ 'ਚ ਬੋਲ ਕੇ, ਅਸੀਂ ਚੱਕਿਆ ਨਹੀਂ ਉਹ ਰੁਪਈਆ 100 ਵੀ, ਉਹ ਉਹਨਾਂ ਨੇ ਟਰੱਕ ਵਾਲੇ ਨੇ ਚੱਕ ਲਿਆ ਦੁਬਾਰੇ। ਪਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਗਾਲੀ ਗਲੋਚ ਕਰਿਆ। ਮੈਂ ਜਾ ਕੇ ਆਪਣੇ ਬਰਨਾਲਾ ਜ਼ਿਲ੍ਹੇ ਦਾ ਜ਼ਿਲ੍ਹਾ ਸੈਕਟਰੀ ਹੋਣ ਦੇ ਨਾਤੇ BKU ਡਕੌਂਦਾ ਦਾ ਮੈਂ ਉਹਨਾਂ ਨੂੰ ਜਾ ਕੇ ਕਿਹਾ, ਮੈਂ ਥੋੜੀ ਮਾੜੀ ਗੱਲ ਹੈ, ਤੁਸੀਂ ਨਾਲੇ ਗਾਲਾਂ ਕੱਢੀ ਜਾਂਦੇ ਹੋ, ਨਾਲੇ ਪੁੱਠਾ ਬੋਲਦੇ ਹੋ। ਤਾਂ ਉਸ ਤੋਂ ਬਾਅਦ ਉਹ 20-25 ਬੰਦੇ ਨੇ ਉੱਥੇ, ਉਹਨਾਂ ਦਾ ਸ਼ਰਾਬੀ ਹਾਲਤ ਸੀਗੇ। ਉਹਨਾਂ 'ਚੋਂ ਆ ਕੇ ਜਦੋਂ ਸਾਡੇ ਵੱਲ ਨੂੰ ਉਹਨਾਂ ਨੇ ਹਮਲਾ ਕਰਿਆ ਤੇ ਉਹ ਜਿੱਥੇ ਟੋਲ ਪਲਾਜ਼ੇ ਦੇ ਬਾਕਸ ਜੇ ਨੇ ਉੱਥੇ ਆ ਕੇ ਮੈਂ ਉਹਨਾਂ ਨੇ ਇੰਨੀ ਗੱਲ ਕਹਿ ਕੇ ਮੋੜਨ ਲੱਗਿਆ ਤਾਂ ਮਗਰੋਂ ਆ ਕੇ ਸਰਬਜੀਤ ਸਰਬੂ, ਇੱਕ ਗੰਗੋਰਾਂ ਦਾ, ਇੱਕ ਹੈਗਾ ਸਤਨਾਮ ਸੱਤਾ ਧਨੇਰ ਦਾ, ਉਹਨਾਂ ਨੇ ਮਗਰੋਂ ਮੇਰਾ ਗਲ ਫੜ ਕੇ ਸਿੱਟ ਲਿਆ, ਨਾਲੇ ਮੇਰੀ ਪੱਗ ਲਾ ਦੀ, ਦਾੜੀ ਪੱਟੀ ਗਈ। ਇੱਕ ਮੇਰੀ ਇਸ ਖਿੱਚ ਧੂ 'ਚ 1.5 ਤੋਲੇ ਦੀ ਛਾਂਪ ਆ ਜਿਹੜੀ ਸੋਨੇ ਦੀ ਮੁੰਦਰੀ, ਉਹ ਲੈ ਗਈ ਆ। ਉਹ ਅਸੀਂ ਹੁਣ ਇੱਥੇ ਪੁਲਿਸ ਰਿਪੋਰਟ ਕਰਤੀ ਆ। ਹੁਣ ਉਸ ਤੋਂ ਬਾਅਦ ਦੇਖਦੇ ਹਾਂ ਪੁਲਿਸ ਵਾਲੇ ਕੀ ਕਰਦੇ ਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਥਿਤੀ ਨੂੰ ਕੰਟਰੋਲ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ। ਸਾਡੇ ਕੋਲੇ ਜੋ ਅੱਜ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਕਿਸਾਨ ਜਥੇਬੰਦੀਆਂ ਵਿੱਚ ਆਪਸ ਵਿੱਚ ਝੜਪ ਹੋਈ ਆ, ਉਸ ਸੰਬੰਧੀ ਮਲਕੀਤ ਸਿੰਘ ਈਨਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਵੱਲੋਂ ਸਾਡੇ ਕੋਲੇ ਇੱਕ ਦਰਖਾਸਤ ਮਸੂਲ ਹੋਈ ਆ। ਦਰਖਾਸਤ ਦੇ ਸੰਬੰਧ ਵਿੱਚ SHO ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ, ਉਹਨਾਂ ਵੱਲੋਂ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਸਵੇਰੇ ਕੋਕ ਪੜਤਾਲ ਕਰਕੇ ਜੋ ਕਾਰਵਾਈ ਆ, ਜੋ ਦਰਖਾਸਤ ਸੰਬੰਧੀ, ਉਹ ਅਮਲ ਵਿੱਚ ਲਿਆਂਦੀ ਜਾਵੇ। ਮਹਿਲ ਕਲਾਂ ਤੋਂ ਫਿਰੋਜ਼ ਖਾਨ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ। ਭਾਵੇਂ ਲੱਖ ਸਿਆਸੀ ਵਾਅਦੇ ਤੇ ਦਾਅਵੇ ਕੀਤੇ ਗਏ, ਪਰ ਹਾਲਾਤ ਉਹੀ ਨੇ ਕਿਸਾਨੀ ਦੇ। ਅੱਜ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਖਬਰ ਸਰਦੂਲਗੜ੍ਹ ਤੋਂ ਹੈ। ਨਰਮਾ ਪੱਟੀ 'ਚ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਖਰਾਬ ਹੋਈ ਫਸਲ ਦੇ ਕਾਰਨ ਕਿਸਾਨ ਆਰਥਿਕ ਤੌਰ ਤੇ ਟੁੱਟ ਚੁੱਕੇ ਹਨ। ਕਰਜ਼ ਦੇ ਬੋਝ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਏ ਤੇ ਨਰਮੇ ਦੀ ਫਸਲ ਬਰਬਾਦ ਹੋਣ ਕਾਰਨ ਸਰਦੂਲਗੜ੍ਹ ਨੇੜਲੇ ਪਿੰਡ ਲਾਲਿਆਂਵਾਲੀ ਦੇ ਕਿਸਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਅੰਗਰੇਜ਼ ਸਿੰਘ ਕੋਲ ਮਹਿਜ਼ 1 ਏਕੜ ਜ਼ਮੀਨ ਸੀ, ਜਿਸ ਵਿੱਚ ਉਸਨੇ ਨਰਮੇ ਦੀ ਬਿਜਾਈ ਕੀਤੀ ਸੀ, ਪਰ ਫਸਲ ਖਰਾਬ ਹੋਣ ਦੇ ਬਾਅਦ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਪਹਿਲਾਂ ਤੋਂ ਹੀ ਸਿਰ ਚੜੇ 5 ਲੱਖ ਦੇ ਕਰਜ਼ ਤੋਂ ਪਰੇਸ਼ਾਨ ਹੋਏ ਕਿਸਾਨ ਨੇ ਫਾਹਾ ਲਗਾ ਲਿਆ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਰਿਵਾਰ ਵਿੱਚ ਪਤਨੀ, 2 ਬੇਟੇ ਤੇ 1 ਬੇਟੀ ਛੱਡ ਗਿਆ। ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਪੂਰਨ ਕਰਜ਼ ਮਾਫ ਕੀਤਾ ਜਾਵੇ ਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਏ। ਤੇ ਮੇਰਾ ਭਾਈ ਛੋਟਾ ਜੀ ਸਾਥੋਂ, ਇਹਨੇ ਦੇਣਾ ਲੈਣਾ ਸੀਗਾ, 5-4 ਲੱਖ ਰੁਪਇਆ ਦੇਣਾ ਸੀਗਾ। ਕੁਛ ਨਰਮੇ ਦਾ 1 ਕਿੱਲਾ ਜੀ ਉਹ ਸੁੰਡੀ ਨੇ ਮਾਰਤਾ ਤੇ ਕੋਈ ਸਿਕਿਉਰਟੀਆਂ ਦੀ ਪੈਸੇ ਵੀ ਸੀਗੇ ਤੇ ਉਹਦੇ ਕਰਕੇ ਪਰੇਸ਼ਾਨ ਹੋ ਕੇ ਇਹਨੇ ਫਾਹਾ ਲੈ ਲਿਆ। ਇਹ ਜੀ ਸਾਰੀਆਂ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ
ਜਿਹੜੀ ਕਿ ਗੁਲਾਬੀ ਸੁੰਡੀ ਦੇ ਕਾਰਨ ਨਰਮਾ ਮਰ ਗਿਆ ਤੇ ਜਿਹੜਾ ਇਹਦਾ ਬੈਲਟ ਦਾ ਕੰਮ ਸੀ ਆਰਥਿਕ ਤੰਗੀ ਦੇ ਕਾਰਨ ਇਹ ਤੇ ਪੂਰਾ ਨਾ ਉਤਰਿਆ ਗਿਆ। ਇਸ ਕਰਕੇ ਇਹਦੇ ਨਾਲ 4 ਲੱਖ ਰੁਪਇਆ ਪਿੰਡ ਦੇ ਵਿੱਚ ਸੀ ਤੇ ਬਾਕੀ ਦਾ ਜਿਹੜੀਆਂ ਆਮ ਪ੍ਰਾਈਵੇਟ ਬੈਂਕਾਂ ਨੇ ਇਹਦੇ ਘਰਾਲੀ ਦੇ ਨਾਂ ਲੱਖ 1.5 ਲੱਖ ਰੁਪਇਆ ਉਹ ਵੀ ਹੈਗਾ। ਬਾਕੀ ਦਾ ਉਸ ਦੇ ਨਾਲ ਇਹਦੀ ਪਰੇਸ਼ਾਨੀ ਸੀ, ਪਰੇਸ਼ਾਨੀ ਦੇ ਕਾਰਨ ਕਰਕੇ ਨੇ ਮਤਲਬ ਸੁਸਾਈਡ ਕਰ ਲਈ। ਅਸੀਂ ਮੰਗ ਕਰਦੇ ਹਾਂ ਵੀ 3 ਲੱਖ ਰੁਪਏ ਦਾ ਮੁਆਵਜ਼ਾ ਤੇ ਇਹਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ ਤੇ ਇਹਦੇ ਘਰ ਨੂੰ ਇੱਕ ਨੌਕਰੀ ਦਿੱਤੀ ਜਾਵੇ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜਸਵਿੰਦਰ ਕੌਰ ਪਤਨੀ ਅੰਗਰੇਜ਼ ਸਿੰਘ ਤੇ ਉਸ ਦਾ ਲੜਕਾ ਜਸਨਪ੍ਰੀਤ ਸਿੰਘ ਤੇ ਮੋਹਤਬਰ ਪੁਰਸ਼ਾਂ ਦੇ ਸਮੇਤ ਮੇਰੇ ਕੋਲ ਆ ਕੇ ਉਹਨਾਂ ਨੇ ਦੱਸਿਆ ਕਿ ਅੰਗਰੇਜ਼ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਲਾਲਿਆਂ ਵਾਲੀ ਨਰਮੇ ਦੀ ਫਸਲ ਖਰਾਬ ਹੋਣ ਕਰਕੇ ਤੇ ਬੈਂਕ ਦਾ ਕਰਜ਼ਾ ਜ਼ਿਆਦਾ ਹੋਣ ਕਰਕੇ ਆਪਣੀ ਦੁਕਾਨ ਬੱਸ ਸਟੈਂਡ ਪਰ ਆ ਕੇ ਆਤਮ ਹੱਤਿਆ ਕਰ ਲਈ ਹੈ, ਜਿਸ ਦੀ ਕਾਰਵਾਈ 174 CRPC ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਹੈ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਜਾਊ। ਸਰਦੂਲਗੜ੍ਹ ਤੋਂ ਗੁਰਜੀਤ ਸੰਧੂ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਨੇ। 108 ਐਂਬੂਲੈਂਸ ਜਿਹੜੀ ਹੈ ਉਹ ਸਾਡੀ ਕਿਤੇ ਨਾ ਕਿਤੇ ਲਾਈਫਲਾਈਨ ਸਾਬਤ ਹੁੰਦੀ ਹੈ, ਹਰ ਥਾਂ ਤੇ ਪਹੁੰਚਦੀਆਂ ਨੇ, ਪਰ ਇਹਨਾਂ ਐਂਬੂਲੈਂਸਾਂ ਨੂੰ ਚਲਾਉਣ ਵਾਲਾ ਸਟਾਫ ਜਿਹੜਾ ਹੈ ਉਹ ਤੰਗੀਆਂ ਤੁਰਸ਼ੀਆਂ ਦਾ ਸ਼ਿਕਾਰ ਹੈ। ਕਿਤੇ ਨਾ ਕਿਤੇ ਜਿਹੜੀਆਂ ਨਿੱਜੀ ਕੰਪਨੀਆਂ ਨੇ ਜਿਨ੍ਹਾਂ ਦੇ ਤਹਿਤ ਇਹ ਕੰਮ ਕਰਦੇ ਨੇ ਉਹ ਸਰਕਾਰੀ ਲਾਪਰਵਾਹੀ ਦੇ ਚੱਲਦਿਆਂ ਬੇਧਿਆਨੀ ਦੇ ਚੱਲਦਿਆਂ ਉਹਨਾਂ ਦਾ ਸ਼ੋਸ਼ਣ ਕਰ ਰਹੀਆਂ ਨੇ। ਅਜਿਹੇ ਇਲਜ਼ਾਮ ਇਹ ਕਾਮੇ ਲਗਾ ਰਹੇ ਨੇ ਤੇ ਹੜਤਾਲ ਤੇ ਚਲੇ ਗਏ ਨੇ। ਸਰਕਾਰੀ ਐਂਬੂਲੈਂਸਾਂ ਨੂੰ ਚਲਾਉਣ ਵਾਲੇ ਆਊਟਸੋਰਸਿਸ ਕਾਮੇ ਵੀ ਅੱਜ ਹੜਤਾਲ ਤੇ ਚਲੇ ਗਏ ਹਨ, ਜਿਨ੍ਹਾਂ ਦਾ ਰੋਸ ਹੈ ਕਿ ਉਹ ਬੀਤੇ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਪਰ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਬਠਿੰਡਾ ਦੇ ਸਿਵਲ ਹਸਪਤਾਲ 'ਚ ਰੋਸ ਪ੍ਰਦਰਸ਼ਨ ਕਰਦਿਆਂ ਇਹਨਾਂ ਆਊਟਸੋਰਸਿਸ ਮੁਲਾਜ਼ਮਾਂ ਨੇ ਇਲਜ਼ਾਮ ਲਗਾਏ ਕਿ ਨਾ ਤਾਂ ਸਰਕਾਰ ਉਹਨਾਂ ਦੀਆਂ ਮੰਗਾਂ ਦੀ ਸੁਣਵਾਈ ਕਰ ਰਹੀ ਹੈ ਤੇ ਦੂਸਰਾ ਜਿਸ ਕੰਪਨੀ ਦੇ ਅਧੀਨ ਉਹ ਕੰਮ ਕਰ ਰਹੇ ਹਨ ਉਹ ਵੀ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸ ਦੇ ਵਿਰੋਧ 'ਚ ਉਹਨਾਂ ਨੇ ਆਪਣੀਆਂ ਸੇਵਾਵਾਂ ਠੱਪ ਕਰਕੇ ਹੜਤਾਲ ਕੀਤੀ ਹੈ। 10-11 ਸਾਲ ਦਾ ਪ੍ਰੋਸੈਸ ਚੱਲੀ ਜਾਂਦਾ। ਸਾਡੀ ਤਨਖਾਹ 9,9500 ਹੈ ਜੀ। ਪਿਛਲੇ ਟਾਈਮ 'ਚ 2014 'ਚ ਅਸੀਂ ਸਟ੍ਰਾਈਕ ਕੀਤੀ ਸੀਗੀ, ਉਦੋਂ ਇਹਨਾਂ ਨੇ ਕੁਝ ਕੁ ਮੰਗਾਂ ਮੰਨੀਆਂ ਸੀਗੀਆਂ ਵੀ ਅਸੀਂ ਤੁਹਾਡੀ ਸੈਲਰੀ ਵਧਾਵਾਂਗੇ ਜੇ ਉਹ ਆ, ਪਰ ਉਸ ਤੋਂ ਬਾਅਦ ਇਹਨੇ ਅੱਜ ਤੱਕ ਇਹਦਾ ਸਾਡਾ ਕੋਈ ਵਾਅਦਾ ਨਹੀਂ ਕੀਤਾ। ਹੁਣ ਇਹਦਾ ਕੀ ਚੱਲਿਆ, ਅਸੀਂ ਕੁਝ ਟਾਈਮ ਤੋਂ ਜਿਵੇਂ ਚੰਨੀ ਸਾਹਿਬ ਦਾ ਸੀਗਾ ਵੀ ਕੋਈ ਵੀ ਟੈਂਕੀ ਤੇ ਨਾ ਚੜੇ, ਕੋਈ ਧਰਨਾ ਨਾ ਕਰੇ, ਇਸ ਤਰ੍ਹਾਂ ਮਸਲੇ ਹੱਲ ਨਹੀਂ ਹੋਣੇ, ਤਾਂ ਅਸੀਂ ਸ਼ਾਂਤਮਈ ਉਹਨਾਂ ਨੂੰ ਜੋ ਵੀ ਆ ਗੱਲਾਂ ਬਾਤਾਂ ਦੱਸੀਆਂ, ਮੰਗ ਪੱਤਰ ਦਿੰਦੇ ਰਹੇ ਵੀ ਸਾਡਾ ਕੋਈ ਸੁਣਵਾਈ ਕੀਤੀ ਜਾਵੇ, ਪਰ ਅੱਜ ਤੱਕ ਨਾ ਸਾਨੂੰ ਕੋਈ 2 ਵਾਰੀ ਮੀਟਿੰਗਾਂ ਹੋਈਆਂ ਸਿਹਤ ਮੰਤਰੀ ਸਾਹਿਬ ਨਾਲ, ਉਹ ਇਹ ਕਹਿ ਰਹੇ ਆ ਵੀ ਇਹ ਕੰਪਨੀ ਤੇ ਅਸੀਂ ਐਕਸ਼ਨ ਲੈ ਰਹੇ ਹਾਂ ਜਲਦੀ। ਉਹਨਾਂ ਨੂੰ ਪਤਾ ਵੀ ਇਹ ਕਰਪਟ ਕੰਪਨੀ ਆ, 2 ਸਟੇਟਾਂ 'ਚੋਂ ਇਹ ਮੰਨ ਲਓ ਆਪਣੀ ਬਲੈਕ ਲਿਸਟ ਹੈ, ਉਹਨਾਂ ਨੇ ਇਹਨਾਂ ਨੂੰ ਜੁਰਮਾਨਾ ਵੀ ਲਗਾਇਆ ਹੋਇਆ, ਪਰ ਪਤਾ ਨਹੀਂ ਇਹਨਾਂ ਦੇ ਹੱਥ ਕਿੱਥੋਂ ਤੱਕ ਹੈਗੇ। ਬੰਬੇ ਦੀ ਕੰਪਨੀ ਆ ਇਹ ਹਰ ਵਾਰੀ ਸਾਨੂੰ ਇਸ ਤਰ੍ਹਾਂ ਹੀ ਜਿਵੇਂ ਨਾ ਜਦੋਂ ਵੀ ਅਸੀਂ ਯੂਨੀਅਨ ਸਟਰੋਂਗ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ। ਸਾਡੀ ਤਨਖਾਹ ਜਿਹੜੀ ਉਹ ਅਸੀਂ ਬਾਰ-ਬਾਰ ਕਹਿ ਚੁੱਕੇ ਹਾਂ 9500 ਤੋਂ 1 ਰੁਪਿਆ ਵੱਧ ਨਹੀਂ, ਸਾਡਾ ਕੋਈ ਸਾਲਾਨਾ ਵਾਧਾ ਨਹੀਂ ਅੱਜ ਤੱਕ ਕੀਤਾ ਗਿਆ। 8 ਤੋਂ ਬਜਾਏ 12 ਘੰਟੇ ਡਿਊਟੀ। ਕਰੋਨਾ ਦੇ ਸਮੇਂ ਸਾਥੋਂ ਇਹਨਾਂ ਨੇ ਜਿਹੜੇ ਪੌਜ਼ਿਟਿਵ ਵੀ ਸੀਗੇ, ਅਸੀਂ ਆਪ ਸਾਡੇ ਘਰ ਦੇ ਤਾਂ ਇਹਨਾਂ ਨੇ ਛੁੱਟੀ ਨਹੀਂ ਦਿੱਤੀ ਕਿਸੇ ਨੂੰ। ਬਹੁਤ ਘੱਟ ਮੰਨ ਲਓ ਸਾਡੇ EMPLOYEE ਆ ਜਿਹੜੇ ਜਿਨ੍ਹਾਂ ਨੂੰ ਕੋਈ ਛੁੱਟੀ ਦਿੱਤੀ ਗਈ ਆ। ਤਾਜ਼ਾ ਉਦਾਹਰਨ ਇਹ ਆ ਵੀ 3 ਮਹੀਨੇ ਹੋ ਗਿਆ ਬੰਦੇ ਦੀ, ਤੁਸੀਂ ਬਾਂਹ ਦੇਖ ਸਕਦੇ ਹੋ, ਡਰਾਈਵਰ ਹੈ ਇਹਨੂੰ ਕੋਈ ਜ਼ਹਿਰੀਲੀ ਚੀਜ਼ ਨੇ ਮੰਨ ਲਓ ਇਹਦੇ ਜ਼ਹਿਰੀਲੀ ਚੀਜ਼ ਨੇ ਡੰਗ ਦਿੱਤਾ ਸੀ, ਇਹਦਾ ਕੋਈ ਇਹਨੂੰ 1 ਰੁਪਿਆ ਨਹੀਂ ਦੇ ਰਹੇ। ਉਸ ਤੋਂ ਬਾਅਦ ਇਹਨੂੰ ਜ਼ਬਰਦਸਤੀ ਕਹਿ ਰਹੇ ਆ CL ਆ ਜਿਹੜਾ ਰਮੇਸ਼ ਵਰਦਿਆਲ ਵੀ ਡਿਊਟੀ ਤੇ ਆ, ਤੂੰ ਬਿਜਲੀ 5-4 ਦਿਨ ਡਿਊਟੀ ਕਰ ਜਾਇਆ ਕਰ ਫਿਰ ਛੁੱਟੀ ਲੈ ਲਓ। ਇਹਦੀ ਬਾਂਹ ਦੇਖ ਸਕਦੇ ਹੋ ਤੁਸੀਂ, ਇਹ ਪਿਛਲੇ 3 ਮਹੀਨਿਆਂ ਤੋਂ ਘਰੇ ਬੈਠਾ, ਕੋਈ ਕੰਮ ਨਹੀਂ ਕਰ ਸਕਦਾ। ESI ਰਾਹੀਂ ਜਾਓ, ESI ਰਾਹੀਂ ਜਾਂਦੇ ਆ ਅਸੀਂ, ਸਾਡੀ ਕੋਈ ਸੁਣਵਾਈ ਨਹੀਂ, ਉੱਤੇ ਕੋਈ ਪੈਸਾ ਨਹੀਂ ਆਉਂਦਾ ਸਾਨੂੰ। ਤੇ ਜਿਹੜੀ ਕੰਪਨੀ ਆ, ਕੰਪਨੀ ਦੇ ਜਿਹੜੇ ਮੁਲਾਜ਼ਮ ਆ ਉਹ ਸਾਡੇ ਨਾਲ ਵਤੀਰਾ ਗਾਲਾਂ ਤੱਕ ਕਰਦੇ ਆ। ਸਾਡੇ ਰਿਕਾਰਡਿੰਗਾਂ ਵੀ ਆ ਕੁਝ ਬੰਦਿਆਂ ਕੋਲੇ, ਹੋਰ ਜ਼ਿਲ੍ਹਿਆਂ ਕੋਲੇ, ਪਰ ਗਾਲਾਂ ਕੱਢਦੇ ਆ ਉਹ ਵੀ ਤੁਸੀਂ ਇਸ ਤਰ੍ਹਾਂ ਕੰਮ ਕਰੋ, ਧੱਕੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਜਿਹੜਾ ਹੁਣ ਨਹੀਂ ਬਰਦਾਸ਼ਤ ਹੋਵੇ। ਕੈਮਰਾਮੈਨ ਪ੍ਰਦੀਪ ਰਾਜ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਬਠਿੰਡਾ ਖਬਰਨਾਮਾ ਦੇ ਇਸ ਬੁਲੇਟਿਨ ਵਿੱਚ ਹੁਣ ਤੱਕ ਲਈ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।